ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸੁੰਦਰ ਦੇਖ ਹਿਰਦਾ ਲੋਭਾਇਆ ਦਰਬ ਸੁਦਾਗਰ ਕੋ ਦੇਵਾਇਆ ਲੈ ਕਰ ਰਾਖੀ ਹੀਤ ਬਦਾਵਨ ਗੁਣ ਮੰਦਰ ਸੌਂਦਰਜ ਸੁਹਾਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो जिनके भाग बड़े हैं भाई तिन साधु संग मुख जुरे वड्डियां भागां वाले हो के नेता प्रति जगत गुरु श्री गुरु ग्रंथ साहब जी की पवित्र हजूरी च हाजरियां भर के
ਸਾਹਿਬ ਨੌਵੇਂ ਪਾਤਸ਼ਾਹ ਵਿਰਾਗ ਤਿਆਗ ਦੀ ਮੂਰਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਰੋਵੈ ਜਨਮੇਜਾ ਖੋਏ ਗਿਆ, ਇਸ ਪੰਕਤੀ ਦੀ ਵਿਆਖਿਆ ਮਹਾਕਵੀ ਜੀ ਕਰਕੇ ਦੱਸ ਰਹੇ ਹਨ। ਪ੍ਰਭਾਤੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ, ਤਿਨ ਕਰ ਜਗ 18 ਘਾਏ, ਕਿਰਤ ਨ ਚਲੈ ਚਲਾਇਆ। ਵੇਦ ਵਿਆਸ ਜੀ ਕਥਾ ਸੁਣਾ ਰਹੇ ਸਨ ਪਾਂਡਵਾਂ ਦੀ। ਜਨਮੇਜੇ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਇਹਦੇ ਵਡੇਰੇ ਸਨ ਪਾਂਡਵ ਵੀ ਉਹ ਤਾਂ ਧਰਮ ਰਾਜੇ ਦਾ ਅਵਤਾਰ ਸੀ ਯੁਧਿਸ਼ਟਰ, ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਵੀ ਤੁਸੀਂ ਜੂਆ ਨਾ ਖੇਡੋ, ਬਿਪਤਾ ਵਿੱਚ ਪਵੋਗੇ। ਵੇਦ ਵਿਆਸ ਜੀ ਕਹਿਣ ਲੱਗੇ, ਰਾਜਾ ਜਨਮੇਜਾ ਜਿਹੜੀ ਹੋਣੀ ਆ ਉਹ ਵਰਤ ਕੇ ਰਹਿੰਦੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ। ਕਹਿੰਦਾ ਇਹ ਕਿਵੇਂ ਹੋ ਸਕਦਾ, ਜੇ ਪਹਿਲਾਂ ਪਤਾ ਲੱਗ ਜੇ ਤੇ ਬੰਦਾ ਚਾਰਾ ਕਰ ਹੀ ਲੈਂਦਾ ਹੈ। ਕਹਿੰਦੇ ਚੱਲ ਤੇਰੇ ਨਾਲ ਜਿਹੜੀ ਹੋਣੀ ਵਰਤਣੀ ਆ ਅਸੀਂ ਤੈਨੂੰ ਦੱਸ ਦਿੰਦੇ ਆ, ਤੂੰ ਚਾਰਾ ਕਰ ਲੈ ਜੇ ਰੋਕ ਸਕਦਾ ਤਾਂ। ਤੂੰ ਇੱਕ ਘੋੜੀ ਖਰੀਦੇਂਗਾ, ਉਹ ਘੋੜੀ ਤੇ ਸਵਾਰ ਹੋ ਕੇ ਸ਼ਿਕਾਰ ਤੇ ਚੜ੍ਹੇਗਾ ਇਕੱਲਾ। ਉਸ ਘੋੜੀ ਤੋਂ ਇੱਕ ਵਛੇਰਾ ਜਨਮ ਲਵੇਗਾ ਔਰ ਉਸ ਤੋਂ ਉਪਰੰਤ ਤੂੰ ਰਾਜਸੂ ਯੱਗ ਕਰਕੇ ਉਸ ਵਛੇਰੇ ਨੂੰ ਛੱਡੇਗਾ। ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਦੇਗਾ ਯੱਗ ਕਰਨ ਲਈ ਔਰ ਉਹਨਾਂ ਬ੍ਰਾਹਮਣਾਂ ਦੀ ਹੱਤਿਆ ਕਰੇਗਾ। ਸਰੀਰ ਤੇਰੇ ਤੇ ਕੋੜ ਪਵੇਗਾ, ਉਸ ਕੁਸ਼ਟ ਨੂੰ ਦੂਰ ਕਰਨ ਵਾਸਤੇ ਤੂੰ ਮੇਰੇ ਕੋਲੋਂ ਕਥਾ ਸੁਣੇਗਾ। ਮਹਾਭਾਰਤ ਦੀ ਕਥਾ ਸੁਣਦਿਆਂ ਇੱਕ ਜਗ੍ਹਾ ਤੇ ਆ ਕੇ ਸ਼ੰਕਾ ਕਰੇਗਾ, ਨੱਕ ਚੜਾਵੇਂਗਾ ਤੇ ਤੇਰੀ ਨੱਕ 'ਚ ਕੋੜ ਰਹਿ ਜਾਏਗਾ, ਉਹਦੇ ਨਾਲ ਤੇਰੇ ਪ੍ਰਾਣ ਤਿਆਗੇ ਜਾਣਗੇ। ਜਾਂ ਤੇਰੀ ਹੋਣੀ ਤੈਨੂੰ ਦੱਸ ਦਿੱਤੀ ਹੈ, ਜੇ ਹੁਣ ਤੂੰ ਰੋਕ ਸਕਦਾ ਤਾਂ ਰੋਕ ਲਈ। ਇਹਨੇ ਐਲਾਨ ਕੀਤਾ, ਵਜ਼ੀਰਾਂ ਨੂੰ ਕਿਹਾ ਵੀ ਅੱਜ ਤੋਂ ਬਾਅਦ ਕੋਈ ਘੋੜਾ ਨਹੀਂ ਖਰੀਦਣਾ। ਇਹਦੀ ਸੈਨਾ ਵਿੱਚ ਘੋੜੇ ਮਰਨ ਲੱਗੇ, ਨਵੇਂ ਖਰੀਦੇ ਨਹੀਂ ਜਾ ਰਹੇ, ਫੌਜ ਤੰਗ ਆ ਗਈ। ਵਜ਼ੀਰਾਂ ਨੇ ਆਖਿਆ, ਰਾਜਾ ਜੇ ਘੋੜੇ ਨਾ ਖਰੀਦੇਗਾ ਤੇ ਫੌਜ ਘੋੜਿਆਂ ਬਿਨਾਂ ਕਿਹੜੇ ਕੰਮ ਦੀ। ਦੂਰੋਂ ਦੂਰੋਂ ਸੌਦਾਗਰ ਆਉਂਦੇ ਨੇ ਘੋੜੇ ਲੈ ਕੇ, ਅੱਗੋਂ ਇਨਕਾਰ ਕਰ ਦਿੰਦੇ ਆ ਤੇ ਉਹ ਨਿਰਾਸ਼ ਹੋ ਕੇ ਮੁੜ ਜਾਂਦੇ ਆ। ਕਹਿੰਦੇ ਨਾਲੇ ਤੇਰੀ ਨਿੰਦਾ ਕਰਦੇ ਨੇ ਜਾਂਦੇ ਆ। ਜੇ ਇਸੇ ਤਰ੍ਹਾਂ ਸੌਦਾਗਰ ਮੁੜਦੇ ਰਹੇ, ਮੁੜ ਕੇ ਕਦੇ ਕਿਸੇ ਨੇ ਘੋੜੇ ਲੈ ਕੇ ਆਉਣੇ ਹੀ ਨਹੀਂ ਇੱਥੇ, ਤੇ ਖਰੀਦੇਗਾ ਕਿੱਥੋਂ। ਤੈਨੂੰ ਵੇਦ ਵਿਆਸ ਨੇ ਘੋੜੀ ਖਰੀਦਣ ਤੋਂ ਮਨਾ ਕੀਤਾ, ਘੋੜੇ ਤਾਂ ਨਹੀਂ ਖਰੀਦਣ ਤੋਂ ਮਨਾ ਕੀਤਾ, ਤੂੰ ਘੋੜੇ ਖਰੀਦ ਲੈ। ਇਹਨੇ ਉਸ ਵਕਤ ਘੋੜੇ ਖਰੀਦ ਲਏ। ਘੋੜੇ ਖਰੀਦਦਾ ਖਰੀਦਦਾ ਇੱਕ ਦਿਨ ਸੌਦਾਗਰ ਬੜੀ ਸੁੰਦਰ ਚੰਚਲ ਘੋੜੀ ਲੈ ਕੇ ਆਇਆ। ਉਸ ਘੋੜੀ ਨੂੰ ਵੇਖ ਕੇ ਬੜਾ ਮਨ ਲੁਭਾਏ ਮਾਨ ਹੋਇਆ ਇਹਦਾ। ਉਹਦੇ ਬੜੇ ਗੁਣ ਵਰਣਨ ਕੀਤੇ ਗਏ। ਕਹਿੰਦਾ ਚਲੋ ਖਰੀਦ ਕੇ ਰੱਖ ਲੈਨੇ ਆ, ਇਹਦੇ ਤੇ ਸਵਾਰੀ ਨਾ ਕਰਾਂਗੇ, ਵਛੇਰਿਆਂ ਵਾਸਤੇ ਰੱਖ ਲੈਨੇ ਆ। ਇਸ ਤਰ੍ਹਾਂ ਉਹ ਘੋੜੀ ਖਰੀਦਣ ਵਾਸਤੇ ਉਤਸੁਕ ਹੋਇਆ ਹੈ। ਹੋਣੀ ਜਿਹੜੀ ਵਰਤਣੀ ਸੀ ਉਹ ਵਰਤ ਕੇ ਰਹਿਣੀ ਆ, ਉਹਨੂੰ ਕਿਹਨੇ ਰੋਕਣਾ ਸੀ। ਉਹ ਕਥਾ ਆਪਾਂ ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੀਏ, ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਦੁਆਰਾ ਇਹ ਬਚਨ ਰਾਜੇ ਜਨਮੇਜੇ ਦੇ ਸੰਬੰਧ 'ਚ ਲਿਖਿਆ, ਰੋਵੈ ਜਨਮੇਜਾ ਖੋਏ ਗਿਆ। ਉਸ ਪੰਕਤੀ ਦੀ ਵਿਆਖਿਆ ਚੱਲ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੋ ਤੇ ਰਸਨਾ ਨੂੰ ਪਵਿੱਤਰ ਕਰੋ।
ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸੁੰਦਰ ਦੇਖ ਹਿਰਦਾ ਲੋਭਾਇਆ। ਸੌਦਾਗਰ ਜਦੋਂ ਘੋੜੀ ਲੈ ਕੇ ਆਇਆ ਉਹਦੇ ਬੜੇ ਗੁਣ ਵਰਣਨ ਕਰਕੇ ਸੁਣਾਏ। ਬੜੀ ਸੁੰਦਰ ਘੋੜੀ ਹੈ, ਚੰਚਲ ਘੋੜੀ ਹੈ, ਪੈਰ ਉਹਦੇ ਜ਼ਮੀਨ ਤੇ ਨਹੀਂ ਟਿਕਦੇ, ਹਵਾ ਨਾਲੋਂ ਵੀ ਤੇਜ਼ ਚੱਲਣ ਵਾਲੀ ਹੈ। ਉਹਦੇ ਗੁਣ ਸੁਣ ਕੇ ਸੋਹਣੀ ਸੁੰਦਰ ਘੋੜੀ ਵੇਖ ਕੇ ਰਾਜੇ ਜਨਮੇਜੇ ਦਾ ਮਨ ਲੁਭਾਏਮਾਨ ਹੋਇਆ। ਦਰਬ ਸੌਦਾਗਰ ਕੋ ਦੇਵਾਇਆ। ਇਹਨੇ ਆਪਣੇ ਖਜ਼ਾਨਚੀ ਨੂੰ ਕਹਿ ਕੇ ਉਸ ਘੋੜੀ ਦੇ ਬਦਲੇ ਸੌਦਾਗਰ ਨੇ ਜਿੰਨੇ ਪੈਸੇ ਮੰਗੇ ਉਸ ਸੌਦਾਗਰ ਨੂੰ ਪੈਸੇ ਦੇ ਦਿੱਤੇ। ਲੈ ਕਰ ਰਾਖੀ ਹਿਤ ਬਦਾਵਨ। ਉਹ ਘੋੜੀ ਇਹਨੇ ਬੰਨ ਕੇ ਰੱਖਣ ਵਾਸਤੇ ਲੈ ਲਈ ਵੀ ਚਲੋ ਇਹਦੇ ਤੇ ਸਵਾਰੀ ਨਾ ਕਰਾਂਗੇ, ਬਛੇਰੇ ਜਣਨ ਵਾਸਤੇ ਰੱਖ ਲੈਨੇ ਆ। ਉਹ ਘੋੜੀ ਇਹਨੇ ਆਪਣੇ ਤਬੇਲੇ ਵਿੱਚ ਬਣਵਾ ਲਈ। ਗੁਣ ਮੰਦਰ ਸੁੰਦਰ ਜਿ ਸੁਹਾਵਨ। ਹੁਣ ਉਹ ਘੋੜੀ ਬੜੇ ਗੁਣਾਂ ਦੀ ਮੰਦਰ ਹੈ, ਬੜੇ ਹੀ ਸ਼ੁਭ ਗੁਣ ਨੇ ਉਹਦੇ ਵਿੱਚ। ਜਿੰਨੇ ਇੱਕ ਘੋੜੇ ਵਿੱਚ ਜਾਨਵਰ ਦੇ ਵਿੱਚ ਗੁਣ ਹੁੰਦੇ ਉਹ ਸਾਰੇ ਗੁਣ ਉਹਦੇ ਵਿੱਚ ਸਨ। ਅਸਵਪਾਲ ਜੋ ਸੇਵਕ ਆਹੀ। ਜਿਹੜਾ ਘੋੜਿਆਂ ਨੂੰ ਪਾਲਣ ਵਾਲਾ ਅਸਵਪਾਲ ਸੀ, ਜਿਹੜਾ ਰਾਜੇ ਦੇ ਖਾਸ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਸੀ। ਚੜ ਕਰ ਫੇਰੇ ਅਤ ਜਵ ਜਾਹੀ। ਉਸ ਘੋੜੀ ਤੇ ਸਵਾਰ ਹੋ ਕੇ ਉਹਨੂੰ ਫੇਰਦਾ, ਕਿਉਂਕਿ ਘੋੜੀ ਨੂੰ ਫੇਰਨਾ ਪੈਂਦਾ। ਇਹ ਜਾਨਵਰ ਐਸਾ ਹੈ, ਇਹਦੇ ਸਰੀਰ ਦੀ ਕਸਰਤ ਹੁੰਦੀ ਹੈ। ਜਦੋਂ ਇਹਨੂੰ ਟੋਰੀਏ ਫੇਰੀਏ, ਕਿੱਲੇ ਤੇ ਬੰਨ ਛੱਡੀਏ ਤਾਂ ਇਹ ਜਾਨਵਰ ਦਾ ਸਰੀਰ ਜਾਮ ਹੋ ਜਾਂਦਾ ਹੈ। ਪਰਮੇਸ਼ਰ ਨੇ ਇਹਦੀ ਬਣਤਰ ਹੀ ਇਹੋ ਜੀ ਬਣਾਈ ਹੈ। ਘੋੜੇ ਵਿੱਚ ਪਰਮੇਸ਼ਰ ਨੇ ਇਹੋ ਜੀ ਖੇਡ ਵੀ, ਇਹ ਸੌਂਦਾ ਵੀ ਤਿੰਨ ਪੈਰਾਂ ਤੇ ਹੈ। ਤੋ ਇਸ ਪ੍ਰਕਾਰ ਨਾਲ ਖੜਾ ਖੜਾ ਹੀ ਸੌਂਦਾ ਹੈ, ਜ਼ਮੀਨ ਤੇ ਬਹੁਤ ਘੱਟ ਬੈਠਦਾ ਘੋੜਾ। ਇਹਦੇ ਸਰੀਰ ਦੀ ਬਣਤਰ ਪਰਮੇਸ਼ਰ ਨੇ ਐਸੀ ਬਣਾਈ, ਜ਼ਿਆਦਾ ਲੰਮੇ ਸਮੇਂ ਤੱਕ ਜ਼ਮੀਨ ਤੇ ਭੁੰਜਿਆ ਇਹ ਬੈਠ ਨਹੀਂ ਸਕਦਾ। ਤੋ ਉਸ ਵਕਤ ਉਹ ਜਿਹੜਾ ਤਬੇਲੇ ਵਾਲਾ ਸੀ, ਘੋੜਾ ਸਾਂਭਦਾ ਸੀ, ਉਹ ਘੋੜੀ ਤੇ ਸਵਾਰੀ ਕਰਦਾ ਹੈ, ਇਹਨੂੰ ਦੂਰ ਤੱਕ ਫੇਰ ਕੇ ਲੈ ਕੇ ਆਉਂਦਾ ਹੈ। ਕਹੇ ਆਨ ਸੋ ਭੂਪਤ ਪਾਸੂ। ਜਦੋਂ ਘੋੜੀ ਨੂੰ ਫੇਰਦਾ ਤੇ ਕਮਾਲ ਦੀਆਂ ਚਾਲਾਂ ਚੱਲਦੀ ਹੈ ਘੋੜੀ। ਉੱਤੇ ਪਾਣੀ ਦਾ ਛੰਨਾ ਧਰਿਆ ਵੀ ਨਾ ਵਿੱਚੋਂ ਛਲ ਕੇ ਇਹੋ ਜੀ ਸੋਹਣੀ ਚਾਲ ਚੱਲਦੀ ਹੈ। ਰੇਬੀਆ ਚੱਲਦੀ ਹੈ, ਵੱਡੀ ਰਵਾਲ, ਛੋਟੀ ਰਵਾਲ, ਏਦਾਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਘੋੜਿਆਂ ਦੀਆਂ, ਬੜੀਆਂ ਸੋਹਣੀਆਂ ਚਾਲਾਂ ਉਹ ਚੱਲਦੀ ਹੈ। ਥੋੜਾ ਪੈਰ ਏਦਾਂ ਜਾਪਦਾ ਵੀ ਹੌਲੇ ਚੱਲ ਰਹੇ ਨੇ, ਪਰ ਪੈਂਡਾ ਬੜਾ ਲੰਮਾ ਤੈਅ ਕਰਦੀ ਹੈ। ਉਹਦੇ ਗੁਣ ਬੜੇ ਨੇ, ਫਿਰ ਆਗਿਆਕਾਰੀ ਹੈ, ਸੀਲ ਸੁਭਾਅ ਹੈ। ਉਹ ਆ ਕੇ ਫਿਰ ਰਾਜੇ ਨੂੰ ਦੱਸਦਾ, ਜਿਹੜਾ ਘੋੜਿਆਂ ਦਾ ਮਾਲਕ ਹੈ, ਘੋੜਿਆਂ ਦੀ ਸੇਵਾ ਕਰਨ ਵਾਲਾ ਨੌਕਰ ਹੈ। ਕਹਿੰਦਾ ਬਾਦਸ਼ਾਹ, ਉਹ ਘੋੜੀ ਬੜੀ ਸੁੰਦਰ ਹੈ, ਤੇਰੇ ਤਬੇਲੇ 'ਚ ਜਿਤਨੇ ਘੋੜੇ ਨੇ ਸਭ ਉਹਦੇ ਸਾਹਮਣੇ ਫੇਲ ਨੇ। ਇਤਨੀ ਸੁੰਦਰ ਉਹਦੀ ਚਾਲ ਚੱਲਦੀ, ਉਹਦੇ ਆ ਕੇ ਗੁਣ ਦੱਸਦਾ। ਪੂਰਾ ਨ ਪਿਕਿਓ ਬੇਗ ਅਸ ਜਾਸੂ। ਕਹਿੰਦਾ ਇਹੋ ਜਿਹੇ ਜਾਨਵਰ ਨੂੰ ਮੈਂ ਕਦੇ ਪਹਿਲਾਂ ਨਹੀਂ ਵੇਖਿਆ, ਮੇਰੀ ਸਾਰੀ ਜ਼ਿੰਦਗੀ ਘੋੜਿਆਂ 'ਚ ਲੰਘ ਗਈ ਆ ਰਾਜਾ। ਜਿਹਦੇ 'ਚ ਇੰਨਾ ਵੇਗ ਹੈ, ਇੰਨਾ ਬਲ ਤੇ ਤੇਜ਼ੀ ਨਾਲ ਦੌੜਨ ਦਾ ਵੇਗ ਹੈ, ਕਹਿੰਦਾ ਏਦਾਂ ਦਾ ਜਾਨਵਰ ਪਸ਼ੂ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਚੜਨ ਉਚਿਤ ਸੋਰਾਵਰ ਕੇਰੀ। ਇਹ ਰਾਜਾ, ਇਹ ਘੋੜੀ ਤਾਂ ਤੇਰੇ ਚੜਨ ਦੇ ਵਾਸਤੇ ਉਚਿਤ ਹੈ, ਇਹ ਤਾਂ ਤੈਨੂੰ ਇਹਦੀ ਸਵਾਰੀ ਕਰਨੀ ਚਾਹੀਦੀ ਹੈ, ਇਹ ਬੰਨਣ ਦੇ ਲਾਇਕ ਨਹੀਂ, ਇਹ ਤੇਰੀ ਸਵਾਰੀ ਕਰਨ ਦੇ ਲਾਇਕ ਹੈ। ਚੰਚਲਤਾ ਜਿਸ ਵਿੱਚ ਬਡੇਰੀ। ਇਹ ਘੋੜੀ ਚੰਚਲ ਵੀ ਹੈ, ਪੈਰ ਉਹਦੇ ਜ਼ਮੀਨ ਤੇ ਨਹੀਂ ਟਿਕਦੇ, ਇਤਨੀ ਚੰਚਲ ਹੈ। ਸੁਨ ਗੁਣ ਭੂਪ ਚੜਿਓ ਇੱਕ ਬੇਰਾ। ਹੁਣ ਉਸ ਵਕਤ ਉਸ ਨੌਕਰ ਦੀਆਂ ਗੱਲਾਂ ਸੁਣ ਕੇ ਰਾਜਾ ਜਨਮੇਜਾ ਜਿਵੇਂ ਮੱਤ ਤੇ ਪੜਦਾ ਪੈਣਾ ਹੁੰਦਾ, ਕਹਿੰਦਾ ਲਿਆ ਫਿਰ ਇੱਕ ਵਾਰੀ ਉਹਦੇ ਤੇ ਸਵਾਰੀ ਕਰਕੇ ਵੇਖ ਹੀ ਲੈਨੇ ਆ। ਉਸ ਘੋੜੀ ਤੇ ਸਵਾਰ ਹੋਇਆ ਤੇ ਉਹਦੀ ਸਵਾਰੀ ਕਰਨ ਲੱਗਾ। ਦੱਖਣ ਦਿਸ਼ ਕੋ ਗਇਓ ਅਖੀਰਾ। ਸ਼ਿਕਾਰ ਖੇਡਣ ਟੁਰ ਪਿਆ। ਦੇਵ ਨੇਤ ਵੇਖੋ ਹੋਣੀ ਕਿਵੇਂ ਪ੍ਰੇਰਦੀ ਹੈ। ਉਹ ਹੋਣੀ ਪ੍ਰੇਰ ਕੇ ਇਹਨੂੰ ਦੱਖਣ ਦਿਸ਼ਾ ਵੱਲ ਹੀ ਲੈ ਗਈ, ਜਿੱਧਰ ਰੋਕਿਆ ਸੀ ਨਾ ਵੇਦ ਵਿਆਸ ਨੇ ਵੀ ਦੱਖਣ ਦਿਸ਼ਾ ਨੂੰ ਨਾ ਜਾਈ। ਪਹਿਲੀ ਗੱਲ, ਘੋੜੀ ਖਰੀਦੀ ਨਾ, ਜੇ ਖਰੀਦੀ ਤੇ ਉਹਦੇ ਤੇ ਚੜੀ ਨਾ, ਜੇ ਚੜੇ ਤੇ ਉਹਨੂੰ ਦੱਖਣ ਦਿਸ਼ਾ ਵੱਲ ਨਾ ਲੈ ਕੇ ਜਾਈ, ਸਾਰੇ ਕੰਮ ਹੋਈ ਜਾਂਦੇ ਨੇ ਇਹਦੇ ਕੋਲੋਂ ਬਦੋ ਬਦੀ। ਇਹ ਦੱਖਣ ਦਿਸ਼ਾ ਨੂੰ ਹੀ ਸ਼ਿਕਾਰ ਖੇਡਦਾ ਖੇਡਦਾ ਦੂਰ ਤੱਕ ਨਿਕਲ ਗਿਆ।
ਨਾਲ ਦੇ ਸਿਪਾਹੀ ਪਿੱਛੇ ਰਹਿ ਗਏ ਤੇ ਇਕੱਲਾ ਦੂਰ ਤੱਕ ਜੰਗਲ ਵਿੱਚ ਚਲਾ ਗਿਆ। ਨਿਕਸ ਚਲਿਓ ਇੱਕ ਮਿਰਗ ਅਗਾਰੀ, ਇੱਕ ਹਿਰਨ ਇਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਨਿਕਲਿਆ ਸ਼ਿਕਾਰ ਖੇਡਣ ਲਈ। ਦੇਖ ਤੁਰੰਗਨ ਪੀਛੇ ਡਾਰੀ, ਹਿਰਨ ਨੂੰ ਦੌੜਦਾ ਵੇਖ ਕੇ ਇਹਨੇ ਆਪਣੀ ਘੋੜੀ ਉਹਦੇ ਪਿੱਛੇ ਛੱਡ ਦਿੱਤੀ। ਤੇਜ਼ੀ ਨਾਲ ਉਹਨੂੰ ਪਕੜਨ ਵਾਸਤੇ, ਉਸ ਹਿਰਨ ਨੂੰ ਮਾਰਨ ਵਾਸਤੇ ਘੋੜੀ ਦੌੜਾਈ। ਪਟ ਇੱਕ ਸੰਗ ਪਹੁੰਚਿਓ ਨਾਹੀ, ਇੰਨੀ ਘੋੜੀ ਤੇਜ਼ ਸੀ ਵੀ ਕਿਸੇ ਹੋਰ ਸਿਪਾਹੀ ਦਾ ਘੋੜਾ ਇਹਦੇ ਨਾਲ ਨਹੀਂ ਰਲਿਆ। ਇਹ ਇਕੱਲਾ ਹੀ ਘੋੜੀ ਦੌੜਾ ਕੇ ਜੰਗਲ ਵਿੱਚ ਦੂਰ ਤੱਕ ਉਸ ਹਿਰਨ ਦੇ ਪਿੱਛੇ ਨਿਕਲ ਗਿਆ। ਗਮਨਿਓ ਵਿਪਨ ਗਹਿਨ ਕੇ ਮਾਈ, ਔਰ ਜਿਹੜਾ ਸੰਘਣਾ ਜੰਗਲ ਸੀ ਦੱਖਣ ਦਿਸ਼ਾ ਦਾ ਉਹਦੇ ਵਿੱਚ ਚਲਾ ਗਿਆ। ਮਾਰ ਮਿਰਗ ਕੋ ਸ਼ਰਮ ਪਾਰੀ, ਉੱਥੇ ਜਾ ਕੇ ਨੇ ਹਿਰਨ ਦਾ ਸ਼ਿਕਾਰ ਕੀਤਾ, ਹਿਰਨ ਮਾਰ ਦਿੱਤਾ। ਔਰ ਹਿਰਨ ਮਾਰ ਕੇ ਥੱਕ ਗਿਆ ਸੀ ਕਿਉਂਕਿ ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਇਆ। ਥਕੇਵਾ ਹੋ ਗਿਆ ਰਾਜੇ ਜਨਮੇਜੇ ਨੂੰ। ਵਿਆਸ ਬਖਾਨੀ ਦੀਨ ਬਿਸਾਰੀ, ਜੋ ਵੇਦ ਵਿਆਸ ਜੀ ਨੇ ਕਿਹਾ ਸੀ ਉਹ ਸਾਰਾ ਕੁਝ ਇਹਨੂੰ ਭੁੱਲ ਗਿਆ। ਉਹ ਸਾਰੀਆਂ ਗੱਲਾਂ ਇਹਦੀ ਸੁਰਤੀ ਵਿੱਚੋਂ ਬੇਸਿਮਰਤੀ ਹੋ ਗਈਆਂ। ਸਰ ਤਟ ਸੋਇਓ ਪੀ ਕਰ ਪਾਨੀ, ਉਸੇ ਤਲਾਬ ਦੇ ਕੰਢੇ ਤੇ ਚਲਾ ਗਿਆ ਜਿੱਥੇ ਵੇਦ ਵਿਆਸ ਨੇ ਵਰਜਿਆ ਸੀ ਵੀ ਨਾ ਜਾਈਂ। ਉਸ ਤਲਾਬ ਦੇ ਕੰਢੇ ਤੋਂ ਇਹਨੇ ਪਾਣੀ ਪੀਤਾ ਤੇ ਲਾਗੇ ਦਰਖਤ ਦੀ ਛਾਂ ਵੇਖ ਕੇ ਲੇਟ ਗਿਆ। ਨਿਕਟ ਤੁਰੰਗਨ ਬ੍ਰਿਖ ਬੰਧਾਨੀ, ਔਰ ਘੋੜੀ ਲਾਗੇ ਇੱਕ ਦਰਖਤ ਦੇ ਨਾਲ ਬੰਨ ਦਿੱਤੀ ਤੇ ਆਪ ਸੌਂ ਗਿਆ। ਥੱਕਿਆ ਹੋਇਆ ਸੀ, ਅੱਖ ਲੱਗ ਗਈ। ਸਰਵਰ ਤੇ ਤਬ ਨਿਕਸ ਤੁਰੰਗਾ, ਇਤਨੇ ਨੂੰ ਘੋੜਾ ਇੱਕ ਕਹਿੰਦੇ ਤਲਾਬ ਦੇ ਵਿੱਚੋਂ ਨਿਕਲਿਆ। ਮੈਂ ਤੁਨ ਕੀਨ ਬਾਜਨੀ ਸੰਗਾ, ਉਹਨੇ ਘੋੜੀ ਨਾਲ ਮੈਥੁਨ ਕੀਤਾ। ਔਰ ਪ੍ਰਵੇਸ਼ਿਓ ਜਲ ਕੇ ਮਾਈ, ਪਤਾ ਨਹੀਂ ਕਿੱਥੋਂ ਆਇਆ, ਮੁੜ ਕੇ ਫਿਰ ਉਸੇ ਤਾਲ ਦੇ ਵਿੱਚ ਤਲਾਬ ਦੇ ਵਿੱਚ ਉਹ ਪ੍ਰਵੇਸ਼ ਕਰ ਗਿਆ। ਉਪਤ ਸੁਧ ਪਾਈ ਕੋ ਨਾਈ, ਹੁਣ ਰਾਜੇ ਜਨਮੇਜੇ ਨੂੰ ਇਹਦੇ ਬਾਰੇ ਕੋਈ ਬੋਧ ਨਹੀਂ ਹੋਇਆ ਕਿਉਂਕਿ ਸੌਂ ਗਿਆ ਸੀ। ਸੁੱਤੇ ਪਏ ਨੂੰ ਨਹੀਂ ਬੋਧ ਹੋਇਆ ਕੀ ਹੋਇਆ। ਇਹ ਗੂੜੀ ਨੀਂਦ ਵਿੱਚ ਸੁੱਤਾ ਪਿਆ ਰਿਹਾ। ਟੁੱਟੀ ਨੀਂਦ ਹੋਏ ਕਰ ਅਸਵਾਰਾ, ਜਦੋਂ ਇਹਦੀ ਨੀਂਦ ਖੁੱਲੀ ਤੇ ਘੋੜੀ ਤੇ ਸਵਾਰ ਹੋਇਆ। ਆਨ ਪਹੁੰਚਿਓ ਆਪਣੇ ਅਗਾਰਾ, ਔਰ ਆਪਣੇ ਮਹਿਲਾਂ ਵਿੱਚ ਆਪਣੇ ਘਰ ਪਹੁੰਚ ਗਿਆ। ਧਾਰ ਗਰਭ ਤਿੰਨ ਦੀਨ ਬਛੇਰਾ, ਕਹਿੰਦੇ ਘੋੜੀ ਨੇ ਗਰਭ ਧਾਰਨ ਕੀਤਾ ਤੇ ਸਮਾਂ ਪਾ ਕੇ ਘੋੜੀ ਨੇ ਇੱਕ ਬਛੇਰੇ ਨੂੰ ਜਨਮ ਦਿੱਤਾ। ਸ਼ਾਮ ਕਰਨ ਤਨ ਰੁਚਿਰ ਕਨੇਰਾ, ਜਿਵੇਂ ਦੱਸਿਆ ਸੀ ਨਾ ਵੇਦ ਵਿਆਸ ਨੇ, ਐਨ ਉਹੋ ਜਿਹਾ ਬਛੇਰਾ। ਉਸ ਬਛੇਰੇ ਦੇ ਜਿਹੜੇ ਕੰਨ ਸਨ ਉਹ ਕਾਲੇ ਨੇ, ਦੋਵੇਂ ਕੰਨ। ਬਾਕੀ ਸਰੀਰ ਉਹਦਾ ਸਫੇਦ ਹੈ, ਕੰਨ ਉਹਦੇ ਦੋਵੇਂ ਕਾਲੇ ਹਨ। ਜੱਗੇ ਉਚਿਤ ਅਸਮੂਰਤ ਕੀਨੀ, ਇਹਨੇ ਵੇਖਿਆ ਵੀ ਇਹੋ ਜਿਹਾ ਘੋੜਾ, ਕਿਉਂਕਿ ਕਾਲੇ ਕੰਨਾਂ ਵਾਲਾ ਜਿਹੜਾ ਘੋੜਾ ਹੁੰਦਾ ਹੈ ਉਹ ਯੱਗ ਕਰਨ ਵਾਸਤੇ ਜਿਹੜਾ ਹੈ ਉਹ ਉੱਤਮ ਮੰਨਿਆ ਗਿਆ। ਤੋ ਇਹਨੇ ਉਸ ਵੇਲੇ ਅਸਵਮੇਧ ਯੱਗ ਦਾ ਫੁਰਨਾ ਕੀਤਾ। ਸਭ ਮਿਲ ਨ੍ਰਿਪ ਕੋ ਮਸਲਤ ਦੀਨੀ, ਇਹਦੇ ਨਾਲ ਦੇ ਜਿਹੜੇ ਵਜ਼ੀਰ ਸੀ, ਸਲਾਹਕਾਰ ਸਨ, ਉਹਨਾਂ ਸਾਰਿਆਂ ਨੇ ਰਾਜੇ ਜਨਮੇਜੇ ਨੂੰ ਸਲਾਹ ਦਿੱਤੀ। ਮਖ ਕੀਜੇ ਹੋਏ ਸੁਜਸ ਬਡੇਰੋ, ਕਹਿਣ ਲੱਗਾ ਜੀ ਤੁਹਾਨੂੰ ਯੱਗ ਕਰਨਾ ਚਾਹੀਦਾ। ਇਹੋ ਜਿਹਾ ਘੋੜਾ ਤਾਂ ਵਿਰਲੇ ਰਾਜਿਆਂ ਕੋਲ ਹੁੰਦਾ ਹੈ ਵੀ ਜਿਹਦੇ ਕੰਨ ਕਾਲੇ ਹੋਣ। ਇਹ ਬੜਾ ਉੱਤਮ ਜਾਤੀ ਦਾ ਘੋੜਾ ਹੈ, ਤੈਨੂੰ ਯੱਗ ਕਰਨਾ ਚਾਹੀਦਾ। ਜਦੋਂ ਤੂੰ ਯੱਗ ਕਰੇਗਾ ਤੇਰੀ ਬੜੀ ਸੋਭਾ ਹੋਵੇਗੀ ਸੰਸਾਰ 'ਚ ਕਿ ਰਾਜੇ ਜਨਮੇਜੇ ਨੇ ਰਾਜਸੂ ਯੱਗ ਕੀਤਾ ਹੈ। ਜਾਏ ਪੁੰਨ ਫਲ ਹੋਤ ਕਨੇਰੋ, ਔਰ ਇਹਦਾ ਬੜਾ ਵੱਡਾ ਪੁੰਨ ਹੁੰਦਾ, ਬੜਾ ਵੱਡਾ ਬਹਾਤਮ ਹੁੰਦਾ। ਰਾਜਾ ਤੈਨੂੰ ਇਹ ਯੱਗ ਕਰਨਾ ਚਾਹੀਦਾ, ਇਹ ਪੁੰਨ ਕਰਮ ਕਰਨਾ ਚਾਹੀਦਾ। ਕਏ ਸਬਨ ਕੇ ਨ੍ਰਿਪ ਬਿਰ ਮਾਇਆ, ਰਾਜੇ ਜਨਮੇਜੇ ਨੇ ਆਪਣੇ ਵਜ਼ੀਰਾਂ ਦੀ ਅਕਲ ਸੁਣੀ, ਉਹਨਾਂ ਦੀ ਸਲਾਹ ਸੁਣੀ ਤੇ ਉਹਨਾਂ ਦੀ ਸਲਾਹ ਦੇ ਪਿੱਛੇ ਲੱਗ ਗਿਆ। ਵੇਦ ਵਿਆਸ ਦੀਆਂ ਕਈਆਂ ਸਾਰੀਆਂ ਗੱਲਾਂ ਇਹਨੂੰ ਭੁੱਲ ਗਈਆਂ। ਵਿਆਸ ਬਿਰਤੰਤ ਹਿਰਦੈ ਬਿਰਮ ਬਿਸਰਾਇਆ, ਵੇਦ ਵਿਆਸ ਜੀ ਨੇ ਜਿਹੜਾ ਬਿਰਤਾਂਤ ਦੱਸਿਆ ਸੀ ਵੀ ਤੂੰ ਯੱਗ ਕਰਾਏਗਾ ਫਿਰ ਬ੍ਰਾਹਮਣਾਂ ਨੂੰ ਮਾਰੇਗਾ, ਇਹ ਸਾਰੀਆਂ ਗੱਲਾਂ ਇਹਦੇ ਦਿਲ ਦਿਮਾਗ ਚੋਂ ਭੁੱਲ ਗਈਆਂ। ਮਖ ਆਰੰਭ ਕੀਨੋ ਤੈ ਕਾਲਾ, ਉਸੇ ਵੇਲੇ ਨੇ ਰਾਜਸੂ ਯੱਗ ਦੀ ਆਰੰਭਤਾ ਕੀਤੀ। ਬੜੇ ਬੜੇ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਤੇ ਸੱਦਿਆ। ਚੜ ਕੇ ਜੀਤੇ ਨ੍ਰਿਪਤ ਬਿਸਾਲਾ, ਇਹਨੇ ਰਾਜਸੂ ਯੱਗ ਕਰਨਾ ਸੀ, ਉਹਦੇ ਲਈ ਰਾਜੇ ਜਿੱਤਣੇ ਸੀ।
ਨੇੜੇ ਤੇੜੇ ਦੇ ਜਿੰਨੇ ਰਾਜੇ ਸਨ ਉਹ ਰਾਜੇ ਨੇ ਚੜ੍ਹਾਈ ਕਰਕੇ ਜਿੱਤੇ। ਅਨੇਕ ਪ੍ਰਕਾਰ ਸਵਾਰ ਆਹਾਰਾ, ਔਰ ਯੱਗ ਕੀਤਾ ਅਨੇਕਾਂ ਪ੍ਰਕਾਰ ਦੇ ਭੋਜਨ ਜਿਹੜੇ ਸਨ ਉਹ ਯੱਗ ਦੀ ਸੰਪੂਰਨਤਾ ਤੇ ਇਹਨੇ ਤਿਆਰ ਕੀਤੇ। ਵਿਪਰ ਬੁਲਾਏ ਬੋਤੇ ਅਗਾਰਾ, ਔਰ ਉਹ ਭੋਜਨ ਛਕਾਉਣ ਵਾਸਤੇ ਨੇ ਘਰ ਵਿੱਚ ਬਹੁਤ ਸਾਰੇ ਅਣਗਿਣਤ ਬ੍ਰਾਹਮਣਾਂ ਨੂੰ ਸੱਦਿਆ। ਤੋ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਦੇ ਵਾਸਤੇ ਸਾਰੇ ਭੋਜਨ ਦਾ ਪ੍ਰਬੰਧ ਰਾਜੇ ਜਨਮੇਜੇ ਨੇ ਕੀਤਾ। ਗਮਨਿਓ ਦਾਨ ਦੇਨ ਕੇ ਹੇਤਾ, ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਬਾਅਦ ਵਿੱਚ ਦਾਨ ਰਾਜਾ ਆਪ ਦਿੰਦਾ। ਰਾਜਾ ਤੇ ਰਾਣੀ ਦੋਵੇਂ ਮਿਲ ਕੇ ਇੱਕ ਚਾਦਰੇ ਵਿੱਚ ਆਪਣਾ ਤਨ ਲਪੇਟ ਕੇ ਦਾਨ ਕਰਦੇ ਹੁੰਦੇ ਐ। ਏਦਾਂ ਦੀ ਯੱਗ ਦੀ ਇਹਨਾਂ ਦੀ ਮਰਿਆਦਾ ਹੈ। ਤੋ ਉਸ ਵਕਤ ਰਾਜਾ ਤੇ ਰਾਣੀ ਇਹ ਦੋਵੇਂ ਬ੍ਰਾਹਮਣਾਂ ਨੂੰ ਦਾਨ ਕਰਨ ਵਾਸਤੇ ਉੱਥੇ ਪਹੁੰਚੇ। ਇੱਕ ਪਟ ਮੈਂ ਪਟਰਾਨ ਸਮੇਤਾ, ਇੱਕੋ ਚਾਦਰਾ ਸੀ ਵੱਡਾ, ਉਸ ਚਾਦਰੇ ਵਿੱਚ ਰਾਣੀ ਔਰ ਰਾਜਾ ਦੋਨਾਂ ਨੇ ਆਪਣਾ ਸਰੀਰ ਲਪੇਟਿਆ ਹੋਇਆ ਤੇ ਦਾਨ ਕਰਨ ਵਾਸਤੇ ਪਹੁੰਚੇ ਹਨ। ਵਿਪਰ ਬ੍ਰਿੰਦ ਕੇ ਵਿੱਚ ਪਹੁੰਚਾ, ਜਦੋਂ ਉਹਨਾਂ ਸਾਰੇ ਬ੍ਰਾਹਮਣਾਂ ਦੇ ਵਿੱਚ ਰਾਜਾ ਜਨਮੇਜਾ ਪਹੁੰਚਿਆ, ਪਇਓ ਪੌਨ ਤੇ ਤੀਆ ਪਟ ਉੱਚਾ, ਤੇ ਹਵਾ ਦਾ ਬੁੱਲਾ ਆਇਆ ਤੇ ਹਵਾ ਦੇ ਨਾਲ ਚਾਦਰਾ ਥੋੜਾ ਜਿਹਾ ਤਨ ਤੋਂ ਰਾਣੀ ਦੇ ਪਾਸੇ ਹਟਿਆ। ਤੈ ਚਿਨ ਬਿਕੇ ਬਿਲੋਕੇ ਅੰਗਾ, ਤੇ ਉੱਥੇ ਜਿਹੜੇ ਬ੍ਰਾਹਮਣ ਬੈਠੇ ਸਨ ਉਹਨਾਂ ਦੀ ਨਿਗਾਹ ਪੈ ਗਈ ਰਾਣੀ ਦੇ ਤਨ ਤੇ। ਸਰਬ ਦਿਜਨ ਕੀਏ ਹਾਸ ਉਤੰਗਾ, ਤੇ ਜਿੰਨੇ ਬ੍ਰਾਹਮਣ ਸਨ ਉਹ ਹੱਸ ਪਏ। ਰਾਣੀ ਦੇ ਕਹਿੰਦੇ ਤਨ ਨੂੰ ਵੇਖ ਕੇ ਇੱਕਦਮ ਉਹਨਾਂ ਦਾ ਹਾਸਾ ਨਿਕਲ ਗਿਆ। ਉਹ ਜਿੰਨੇ ਬ੍ਰਾਹਮਣ ਸਨ ਉਹ ਹੱਸ ਪਏ। ਏਕ ਭੂਪ ਕ੍ਰੋਧਿਓ ਉਰ ਪਾਰਾ, ਜਦੋਂ ਰਾਜੇ ਜਨਮੇਜੇ ਨੇ ਵੇਖਿਆ ਵੀ ਮੇਰੀ ਧਰਮ ਪਤਨੀ ਰਾਣੀ ਦੇ ਤਨ ਨੂੰ ਵੇਖ ਕੇ ਹੱਸਦੇ ਐ, ਵੀ ਜੇ ਚਾਦਰਾ ਉਹਦੇ ਤਨ ਤੋਂ ਹਵਾ ਨਾਲ ਪਾਸੇ ਹਟਿਆ ਤੇ ਉਹਦੇ ਅੰਗ ਵੇਖ ਕੇ ਹੱਸਦੇ ਐ, ਵੀ ਇਹ ਬ੍ਰਾਹਮਣ ਨੀਚ ਕਰਮ ਕਰ ਰਹੇ ਨੇ, ਇਹੋ ਜਿਹਾ ਕਰਮ ਇਹਨਾਂ ਲਈ ਸ਼ੋਭਦਾ ਨਹੀਂ। ਰਾਜੇ ਜਨਮੇਜੇ ਦੇ ਦਿਮਾਗ ਦੇ ਉੱਤੇ ਕ੍ਰੋਧ ਜਿਹੜਾ ਉਹ ਹਾਵੀ ਹੋਇਆ, ਗੁੱਸੇ ਵਿੱਚ ਆਇਆ। ਉਚਿਤ ਅਨੁਚਿਤ ਕਛੂ ਨਾ ਵਿਚਾਰਾ, ਇਹਨੇ ਫਿਰ ਇਹ ਨਹੀਂ ਵੇਖਿਆ ਉਚਿਤ ਅਨੁਚਿਤ ਕੀ ਹੈ। ਜਦੋਂ ਬੰਦੇ ਦੇ ਦਿਮਾਗ ਤੇ ਗੁੱਸਾ ਹਾਵੀ ਹੋ ਜਾਏ ਉਹਦੀ ਵਿਚਾਰ ਸ਼ਕਤੀ ਖਤਮ ਹੋ ਜਾਂਦੀ, ਉਹਦਾ ਵਿਵੇਕ ਖਤਮ ਹੋ ਜਾਂਦਾ ਹੈ। ਇਸੇ ਕਰਕੇ ਪੰਡਤ ਗੁਲਾਬ ਸਿੰਘ ਹੋਣਾ ਨੇ ਲਿਖਿਆ, ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਮੈਂ ਨੇਤਰਾਂ ਵਾਲਿਆਂ ਨੂੰ ਅੰਨਾ ਕਰ ਦਿੰਨਾ ਔਰ ਕੰਨਾਂ ਵਾਲਿਆਂ ਨੂੰ ਬੋਲਾ ਬਣਾ ਦਿੰਨਾ। ਜਿਹਦੇ ਦਿਮਾਗ ਤੇ ਮੈਂ ਸਵਾਰ ਹੋ ਜਾਵਾਂ, ਕ੍ਰੋਧ ਕਹਿੰਦਾ ਅੱਖਾਂ ਹੁੰਦਿਆਂ ਉਹ ਅੰਨਾ ਹੋ ਜਾਂਦਾ, ਕੰਨ ਹੁੰਦਿਆਂ ਬੋਲਾ ਹੋ ਜਾਂਦਾ, ਮੈਂ ਉਹਨੂੰ ਸੁਣਨ ਨਹੀਂ ਦਿੰਦਾ। ਕ੍ਰੋਧੀ ਬੰਦਾ ਨਹੀਂ ਸੁਣਦਾ ਕਿਸੇ ਦੀ ਗੱਲ, ਤੁਸੀਂ ਜਿੰਨੀ ਮਰਜ਼ੀ ਉਹਨੂੰ ਗਿਆਨ ਕਹਿੰਦਾ ਪਰੇ ਹਟ ਮੈਂ ਨਹੀਂ ਸੁਣਦਾ। ਕ੍ਰੋਧੀ ਨੂੰ ਇਹ ਵੀ ਨਜ਼ਰ ਨਹੀਂ ਆਉਂਦਾ ਵੀ ਜਿਹਨੂੰ ਮਾਰਨ ਲੱਗਾ ਵੀ ਇਹਨੂੰ ਮਾਰਨਾ ਉਚਿਤ ਹੈ ਕਿ ਅਨੁਚਿਤ ਹੈ। ਕਹਿੰਦੇ ਇਸ ਤਰ੍ਹਾਂ ਰਾਜੇ ਜਨਮੇਜੇ ਦੀ ਸੁਰਤ ਵਿੱਚ ਕ੍ਰੋਧ ਆ ਗਿਆ। ਇਹ ਭੁੱਲ ਗਿਆ ਵੀ ਇਹਨਾਂ ਬ੍ਰਾਹਮਣਾਂ ਨੂੰ ਮਾਰਨਾ ਬੜੀ ਵੱਡੀ ਹੱਤਿਆ, ਬ੍ਰਾਹਮਣ ਹੱਤਿਆ ਲੱਗੇਗਾ, ਦੋਸ਼ ਲੱਗੇਗਾ ਮੇਰੇ ਤੇ। ਇਹ ਭੁੱਲ ਗਿਆ, ਉਚਿਤ ਅਨੁਚਿਤ ਦੀ ਵਿਚਾਰ ਨਹੀਂ ਕੀਤੀ। ਪਕਰੇ ਨਿਰਪਤ ਬੋਤ ਬਿਪਜਾਰੇ, ਜਿੰਨੇ ਬ੍ਰਾਹਮਣ ਸੀ ਜਿਹੜਾ ਹਵਨ ਕੁੰਡ ਬਣਾਇਆ ਸੀ ਉਹਦੇ 'ਚ ਹੀ ਸਾੜ ਸਾੜ ਕੇ ਮਾਰੇ ਇਹਨੇ। ਜਿੰਨੇ ਬ੍ਰਾਹਮਣ ਸੱਦੇ ਸੀ, ਹੱਸੇ ਹੋਣਗੇ 5 7 10 ਹੱਸੇ ਹੋਣਗੇ, ਸਾਰੇ ਤਾਂ ਨਹੀਂ ਹੱਸੇ ਹੋਣੇ, ਪਰ ਇਹਨੇ ਸਾਰੇ ਬ੍ਰਾਹਮਣ ਜਿੰਨੇ ਵੀ ਸਨ ਸਾਰੇ ਹੀ ਸਾੜ ਕੇ ਭਸਮ ਕਰ ਦਿੱਤੇ, ਦਗਧ ਕਰ ਦਿੱਤੇ, ਜਿੰਨੇ ਘਰ 'ਚ ਬੁਲਾਏ ਸਨ। ਇੱਕ ਛਿਨ ਵਿਖੇ ਸਰਬ ਹਨ ਡਾਰੇ, ਪਲਾਂ ਵਿੱਚ ਹੀ ਸਾਰੇ ਬ੍ਰਾਹਮਣ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ, ਜਿਉਂਦਿਆਂ ਨੂੰ ਸਾੜ ਦਿੱਤਾ। ਮਹਾ ਪਾਪ ਤੇ ਭਾ ਦੁਖ ਭਾਰੀ, ਹੁਣ ਬ੍ਰਾਹਮਣ ਇੰਨੇ ਮਾਰੇ ਸੀ, ਉਸ ਪਾਪ ਕਰਕੇ ਬੜਾ ਵੱਡਾ ਦੁੱਖ ਹੋਇਆ, ਸਾਰੇ ਸਰੀਰ ਤੇ ਕੋੜ ਪੈ ਗਿਆ ਰਾਜੇ ਜਨਮੇਜੇ ਦੇ। ਪੂ ਵਗਣ ਲੱਗੀ, ਸਰੀਰ ਤੇ ਮੱਖੀਆਂ ਭਿਣ ਭਿਣ ਕਰਦੀਆਂ, ਰੇਸ਼ਾ ਸਿਮਦਾ ਸਰਵਦਾ ਹੈ। ਇਹੋ ਜੀ ਦਸ਼ਾ ਰਾਜੇ ਜਨਮੇਜੇ ਦੇ ਤਨ ਦੀ ਹੋਈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪ੍ਰਸੰਗ ਦਾ ਬੜੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੈ ਸ੍ਰੀ ਦਸਮ ਪਾਤਸ਼ਾਹ ਨੇ ਕੀਤੀ ਦਸਮ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਇਹ ਜਿਹੜੀ ਪਾਵਨ ਪੰਕਤੀ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ, ਇਹਦੀ ਵਿਆਖਿਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਵੀ ਆਪਣੀ ਬਾਣੀ ਵਿੱਚ ਕੀਤੀ ਹੈ। ਇਸ ਕਰਕੇ ਪੁਰਾਤਨ ਸਮੇਂ ਤੋਂ ਗੁਰੂ ਕੇ ਸਿੱਖ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਪੜ੍ਹਦੇ ਹਨ। ਜਿਵੇਂ ਜਪਜੀ ਸਾਹਿਬ ਦਾ ਪਾਠ ਕਰਦੇ ਨਾਲ ਜਾਪ ਸਾਹਿਬ ਵੀ ਆਪਾਂ ਪੜ੍ਹਦੇ ਹਾਂ, ਓਨਾ ਹੀ ਸਤਿਕਾਰ ਗੁਰਸਿੱਖ ਦੇ ਹਿਰਦੇ ਵਿੱਚ ਹੈ। ਹਾਂਜੀ,
ਵੱਡਿਓ ਕੁਸ਼ਟ ਤੈ ਦੇਹ ਮਝਾਰੀ। ਰਾਜੇ ਜਨਮੇਜੇ ਦੇ ਤਨ ਤੇ ਕੋੜ ਪੈ ਗਿਆ, ਸਾਰਾ ਸਰੀਰ ਕੁਸ਼ਟੀ ਹੋ ਗਿਆ। ਆਨ ਬਿਆਸ ਬੋਰੋ ਸਮਝਾਇਓ। ਫਿਰ ਵੇਦ ਵਿਆਸ ਜੀ ਆਏ, ਕਹਿੰਦੇ ਰਾਜਾ ਜਨਮੇਜਾ ਮੈਂ ਤੈਨੂੰ ਕਿਹਾ ਸੀ ਨਾ ਇਹ ਹੋਣੀ ਵਰਤਣੀ ਆ, ਤੂੰ ਚਾਰਾ ਨਹੀਂ ਕੀਤਾ ਇਹਦੇ ਤੂੰ ਬਚਣ ਦਾ, ਵਰਤ ਗਈ ਹੈ ਨਾ। ਵੇਦ ਵਿਆਸ ਜੀ ਆਏ, ਭਾਰਤ ਕੋ ਇਤਿਹਾਸ ਸੁਨਾਇਓ। ਕਹਿੰਦੇ ਹੁਣ ਇਹ ਕੋੜ ਤੇਰਾ ਤਾਂ ਠੀਕ ਹੋਵੇਗਾ ਜਦੋਂ ਤੂੰ ਮਹਾਭਾਰਤ ਦੀ ਕਥਾ ਸੁਣੇਗਾ, ਕਥਾ ਸੁਣ ਕੇ ਤੇਰਾ ਇਹ ਕੁਸ਼ਟ ਦੂਰ ਹੋਵੇਗਾ। ਕਯੋ ਭੀਮ ਕੋ ਜਬ ਇਤਿਹਾਸਾ। ਕਹਿੰਦੇ ਵੇਦ ਵਿਆਸ ਜੀ ਕਥਾ ਕਰਨ ਲੱਗੇ, ਕਥਾ ਸੁਣਦਿਆਂ ਸੁਣਦਿਆਂ ਇੱਕ ਦਿਨ ਦੋ ਦਿਨ ਜਨਮੇਜੇ ਦੇ ਸਰੀਰ ਦਾ ਕੋੜ ਜਿਵੇਂ ਜਿਵੇਂ ਕਥਾ ਸੁਣਦਾ ਦੂਰ ਹੁੰਦਾ ਜਾ ਰਿਹਾ ਹੈ, ਉਹਦੇ ਤਨ ਦਾ ਕੁਸ਼ਟ ਦੂਰ ਹੁੰਦਾ ਜਾ ਰਿਹਾ। ਇੱਕ ਦਿਨ ਪ੍ਰਸੰਗ ਆਇਆ, ਕਥਾ ਦੇ ਵਿੱਚ ਹੀ ਪ੍ਰਸੰਗ ਆਇਆ, ਵੇਦ ਵਿਆਸ ਜੀ ਨੇ ਕਥਾ ਕੀਤੀ। ਕਰੀ ਬਗਾਏ ਬੀਚ ਆਕਾਸ਼ਾ। ਕਿ ਭੀਮ ਨੇ ਹਾਥੀ ਆਕਾਸ਼ ਦੇ ਵਿੱਚ ਸੁੱਟੇ ਸਨ ਵਗਾ ਕੇ, ਜਦੋਂ ਉਹਨੇ ਹਾਥੀ ਆਕਾਸ਼ ਵਿੱਚ ਸੁੱਟੇ ਸੋ ਅਬਲੋ ਉਪਰ ਪਰਮਾਈ। ਉਹ ਹਾਥੀ ਹਾਲੇ ਤੱਕ ਆਕਾਸ਼ ਵਿੱਚ ਭਰਮੀ ਜਾਂਦੇ ਨੇ, ਮੁੜ ਕੇ ਜ਼ਮੀਨ ਤੇ ਪੁੰਜਿਆ ਨਹੀਂ ਆਏ। ਬੌਰ ਨ ਪਰੇ ਧਰਾ ਪਰ ਆਈ। ਮੁੜ ਕੇ ਉਹ ਹਾਥੀ ਧਰਤੀ ਦੇ ਉੱਤੇ ਆ ਕੇ ਨਹੀਂ ਡਿੱਗੇ, ਇੰਨੇ ਬਲ ਨਾਲ ਹਾਥੀ ਜਿਹੜੇ ਸਨ ਉਹ ਭੀਮ ਨੇ ਆਕਾਸ਼ ਵਿੱਚ ਉਡਾਏ ਸਨ। ਸੁਣ ਕੇ ਪੂਪ ਨ ਮਾਨੀ ਬਾਣੀ। ਇਹ ਸੁਣ ਕੇ ਰਾਜਾ ਜਨਮੇਜਾ ਜਿਹੜਾ ਸੀ ਇਹਨੇ ਨਹੀਂ ਮੰਨੀ ਗੱਲ, ਕਹਿੰਦਾ ਮੈਂ ਨਹੀਂ ਮੰਨਦਾ ਵੀ ਹਾਥੀ ਉੱਤੇ ਸੁੱਟਿਆ ਹੋਵੇ। ਪਹਿਲੀ ਗੱਲ ਤੇ ਹਾਥੀ ਚੁੱਕਣਾ ਔਖਾ, ਫਿਰ ਕਹਿੰਦਾ ਜੇ ਹਾਥੀ ਚੁੱਕ ਕੇ ਤਾਂ ਸੁੱਟਿਆ ਹੋਵੇ ਤੇ ਥੱਲੇ ਹੀ ਨਾ ਆਇਆ ਹੋਵੇ, ਕਹਿੰਦਾ ਮੈਂ ਨਹੀਂ ਮੰਨਦਾ। ਇਹਨੇ ਕਿੰਤੂ ਕੀਤਾ, ਜਿਵੇਂ ਕਿਹਾ ਸੀ ਨਾ ਵੇਦ ਵਿਆਸ ਨੇ ਵੀ ਹੋਣੀ ਵਰਤਣੀ, ਤੂੰ ਕਿੰਤੂ ਕਰੇਗਾ ਕਥਾ ਵਿੱਚ, ਉਸੇ ਤਰ੍ਹਾਂ ਹੀ ਹੋਇਆ। ਕਹਿੰਦਾ ਜੀ ਮੈਂ ਨਹੀਂ ਮੰਨਦਾ, ਇਹ ਹੋ ਹੀ ਨਹੀਂ ਸਕਦਾ। ਜਿਵੇਂ ਅੱਜ ਕੱਲ ਵੀ ਕਈ ਵਾਰੀ ਕਥਾ ਸੁਣਦੇ ਆ ਕਈ ਕਹਿ ਦਿੰਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਜੀ, ਮੱਕਾ ਘੁੰਮ ਹੀ ਨਹੀਂ ਸਕਦਾ ਜੀ, ਮੁਰਦਾ ਜਿਉਂਦਾ ਹੋ ਹੀ ਨਹੀਂ ਸਕਦਾ ਜੀ। ਅੱਜ ਕੱਲ ਜਿਹੜੇ ਏਦਾਂ ਕਿੰਤੂ ਪਰੰਤੂ ਕਰਦੇ ਹੀ ਆ ਕਥਾ ਸੁਣਦੇ ਆ। ਇਹ ਬਿਰਤੀ ਜਿਹੜੀ ਆ ਇਹ ਮੁੱਢ ਤੋਂ ਚੱਲਦੀ ਆਉਂਦੀ ਆ ਲੋਕਾਂ ਵਿੱਚ। ਨਸ਼ਰਦਕ ਲੋਕ ਜਿਹੜੇ ਹੁੰਦੇ ਸ਼ਰਧਾ ਵਿਹੂਣੇ ਅਕਸਰ ਭਟਕਦੇ ਰਹਿੰਦੇ ਹਨ। ਸ਼ਰਧਾਵਾਨ ਜਿਹੜਾ ਉਹ ਰਸ ਲੈਂਦਾ, ਉਹਨੂੰ ਰਸ ਆਉਂਦਾ ਗੁਰੂ ਸਾਹਿਬ ਦੀ ਕਥਾ ਵਿੱਚੋਂ, ਮਹਾਰਾਜ ਜੀ ਦੀ ਬਾਣੀ ਦੀ ਕਥਾ ਵਿੱਚੋਂ। ਤੇ ਜਿਹੜਾ ਕਿੰਤੂ ਪਰੰਤੂ ਕਰਨ ਵਾਲਾ ਹੁੰਦਾ ਉਹਨੇ ਤਰਕ ਹੀ ਕਰਨੀ ਹੁੰਦੀ ਹੈ। ਤੋ ਇੱਥੇ ਇਹਦੇ ਮਨ ਦੇ ਵਿੱਚ ਤਰਕ ਦੀ ਬਿਰਤੀ ਬਣ ਗਈ, ਕਹਿੰਦਾ ਜੀ ਮੈਂ ਨਹੀਂ ਮੰਨਦਾ ਹਾਥੀ ਆਕਾਸ਼ ਵਿੱਚ ਉਡਾਏ ਹੁਣ ਭੀਮ ਨੇ ਤੇ ਉਹ ਮੁੜ ਕੇ ਥੱਲੇ ਜ਼ਮੀਨ ਤੇ ਨਹੀਂ ਆਏ। ਨਾਕ ਐਂਟ ਬੈਠੇ ਉਹ ਬਿਨ ਜਾਨੀ। ਇਹ ਨੱਕ ਜਿਵੇਂ ਆਪਾਂ ਗੱਲ ਕਰਦੇ ਆ ਕੋਈ ਕਹਿ ਨਹੀਂ ਦਿੰਦਾ ਨਾ ਜੀ ਨਾ, ਨਾਲੇ ਨੱਕ ਜੀ ਚੜਾ ਲੈਂਦੇ, ਮੈਂ ਨਹੀਂ ਮੰਨਦਾ। ਏਦਾਂ ਨੱਕ ਜੀ ਚੜਾ ਕੇ ਬਹਿ ਗਿਆ, ਕਹਿੰਦਾ ਮੰਨਦਾ। ਵੇਦ ਵਿਆਸ ਜੀ ਕਹਿੰਦੇ ਨਹੀਂ ਏਦਾਂ ਹੋਇਆ, ਕਹਿੰਦਾ ਜੀ ਮੈਂ ਨਹੀਂ ਮੰਨਦਾ, ਇਹ ਹੋਇਆ ਹੀ ਨਹੀਂ ਸਕਦਾ। ਇਹਨੇ ਨੱਕ ਜੀ ਚੜਾਈ ਤੇ ਬਹਿ ਗਿਆ। ਮੰਤਰ ਸ਼ਕਤ ਤੇ ਵਿਆਸ ਉਤਾਰੇ। ਹੁਣ ਵੇਦ ਵਿਆਸ ਜੀ ਬਲੀ ਸਨ, ਉਹਨਾਂ ਨੇ ਆਪਣੀ ਮੰਤਰ ਦੀ ਸ਼ਕਤੀ ਨਾਲ ਹਾਥੀ ਜ਼ਮੀਨ ਤੇ ਲਾ ਕੇ ਵਿਖਾਏ ਇਹਨੂੰ, ਕਹਿੰਦਾ ਆ ਵੇਖ, ਨਹੀਂ ਮੰਨਦਾ ਤੈਨੂੰ ਵਿਖਾ ਦਿੰਦੇ ਆ। ਜ਼ਮੀਨ ਤੇ ਉਤਾਰ ਕੇ ਵਿਖਾਏ। ਸਭਾ ਮਜਾਰੀ ਸਭਨ ਦਿਖਾਰੇ। ਸਾਰੀ ਸਭਾ ਦੇ ਵਿੱਚ ਸਾਰੇ ਲੋਕਾਂ ਨੂੰ ਵਿਖਾਏ। ਕੁਸ਼ਟ ਨਾਕ ਮੇਰੇ ਉਤਦਾਈ। ਹੁਣ ਨੱਕ ਚੜਾਈ ਸੀ ਤੇ ਨੱਕ 'ਚ ਕੋੜ ਰਹਿ ਗਿਆ ਇਹਦੇ, ਸ਼ੰਕੇ ਨਾਲ ਨੱਕ ਚੜਾਈ ਸੀ, ਉਹ ਕੋੜ ਨੱਕ ਦੇ ਨਥੂਨੇ ਦੇ ਵਿੱਚ ਰਹਿ ਗਿਆ। ਜਨਮੇਜਾ ਦੁੱਖ ਪਾਈ। ਹੁਣ ਨੱਕ ਤੇ ਕੋੜ ਰਹਿ ਗਿਆ, ਉਹਦੇ ਨਾਲ ਵਿਆਕੁਲ ਹੋਣ ਲੱਗਾ। ਬੜੀ ਭਿਆਨਕ ਨੱਕ ਦੇ ਕੋੜ ਦੀ ਤਾਂ ਦਰਦ ਦੀ ਭਿਆਨਕ ਹੁੰਦੀ ਹੈ। ਪੂਰਾ ਕਹਿ ਤਾਂ ਨੱਕ ਦੇ ਉੱਤੇ ਉਹਦਾ ਚੋਟ ਲੱਗੇ ਭਿਆਨਕ ਪੀੜਾ ਹੁੰਦੀ ਹੈ। ਰੋਂਦਾ ਹੈ ਕੁਰਲਾਉਂਦਾ ਹੈ, ਇਹਨੂੰ ਰੋਂਦੇ ਕੁਰਲਾਉਂਦੇ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਰੋਵੇ ਜਨਮੇਜਾ ਕੋਈ ਗਿਆ। ਇਦਾਂ ਇਹਨੂੰ ਵੀ ਰੋਣਾ ਪਿਆ, ਏਡਾ ਵੱਡਾ ਰਾਜਾ ਸੀ ਤੇ ਝੂਠ ਕਰੇ ਤਨ ਪ੍ਰਾਨਾ। ਉਸੇ ਨੱਕ ਦੇ ਕੋੜ ਕਰਕੇ ਰਾਜੇ ਜਨਮੇਜੇ ਦੇ ਤਨ ਦੇ ਪ੍ਰਾਣ ਸੀ। ਇਹ ਸਰੀਰ ਤਿਆਗ ਗਿਆ, ਇਹਦੀ ਮੌਤ ਹੋਈ। ਨੋ ਤਵੇ ਪਰਲੋਕ ਪਿਆਨਾ, ਔਰ ਪਰਲੋਕ ਗਮਨ ਕਰ ਗਿਆ ਰਾਜਾ ਜਨਮੇਜਾ ਉਸੇ ਨੱਕ ਦੇ ਕੋੜ ਦੇ ਦੁੱਖ ਕਰਕੇ। ਇਸ ਜਗ ਮੈਂ ਆਨੰਦਤ ਗਿਆਨੀ। ਮਹਾਰਾਜ ਜੀ ਕਹਿੰਦੇ ਆ ਮਰਦਾਨਿਆ,
ਸੰਸਾਰ ਦੇ ਵਿੱਚ ਉਹ ਆਨੰਦਿਤ ਨੇ ਜਿਨ੍ਹਾਂ ਦੇ ਹਿਰਦੇ 'ਚ ਗਿਆਨ ਹੈ, ਉਹ ਸਦਾ ਹੀ ਆਨੰਦ 'ਚ ਰਹਿੰਦੇ ਹੈ। ਉਹਨਾਂ ਦੇ ਹਿਰਦਿਆਂ 'ਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਉਹ ਤਾਂ ਆਪ ਗੱਜ ਕੇ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਹਨਾਂ ਦਾ ਹਿਰਦਾ ਸਦਾ ਆਨੰਦ ਦੇ ਖੇੜੇ ਨਾਲ ਭਰਿਆ ਰਹਿੰਦਾ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗਿਆਨ ਹੈ, ਉਹਨਾਂ ਦੇ ਹਿਰਦੇ ਸਦਾ ਆਨੰਦ 'ਚ ਰਹਿੰਦੇ ਹਨ। ਅਪਰ ਸਿੱਖ ਸਭ ਦੁਖੀ ਮਾਨੀ, ਬਾਕੀ ਹੈ ਜਿਤਨੀ ਸ੍ਰਿਸ਼ਟੀ ਹੈ ਸਭ ਦੁਖੀ ਹੈ, ਨਾਨਕ ਦੁਖੀ ਹੈ ਸਭ ਸੰਸਾਰ। घोड़े की व्याख्या करते राजा गोपी चंद, बड़ा वड्डा राजा, योगी बन गया, कंन पड़वा के मुंदरा पा लिया, रोंदा फिरिया पर फिर भी योग को प्राप्त नहीं हो सकिया। तो बड़े बड़े गोपी चंद वर्गे राजे अपने कंन पड़वा के रोंदे हैं। भरतरी जी वर्गे कंन पड़ा के रोंदे रहे। गुरु नानक साहब मिले तो उन्होंने तरस वरते, उन्होंने असल में योग नाल सतगुरु गुरु नानक साहब ने जोड़िया। घर तज बाहर निकस कै पुन कर मंगण जाए। कहते गोपी चंद वर्गे राजे कंन पड़ा के योगी बन के घर छड्ड के गए, मुड़ के घरां दे विच ही मंगण लग पे। घर छड्ड के गए ते मुड़ के घर दे दर दर ते जाके उन्होंने मंगना पिया ते उत्थे मंगते हो के मंगण लगे। ओ भाई बहुत यतन कर सर्ब कमायो, बड़े बड़े यतन करके बहुत सारा धन उन्होंने कमाया। होवे किरपन जाए गुआयो, ते जेड़ा किरपन से कंजूस है, कितनी मेहनत करता, मेहनत करके धन इकट्ठा करता है और अखीर नूं रोंदा है, कुरलाउंदा है जदों ताले दे हथों जाता है। पंडित उजरी मुक्ति ज्ञाना, पंडित रोवे ज्ञान, जेडे पंडित ने वो रोंदे आ ज्ञान गवा के, मूँह तो ज्ञान उपदेश दिंदे ने, ज्ञान दीयां गल्लां करदे ने। नहीं कमावे ज्यों अज्ञाना, मूँह तो ज्ञान सुणाउंदे आ लोकां नूं, पर उस ज्ञान नूं कमाउंदे नहीं, हिरदे च अज्ञान ही रहिंदा उन्हां। मुख तो ज्ञान बखाणते हैं, मुख तो ज्ञान दीयां बातां करते हैं, पर उस कहे हुए ज्ञान को आप नहीं कमाते, होरनां नूं उपदेश दिंदे। हिरदा अज्ञान नाल तां पंडितां दा भरिया होया। अंत काल जम के बस होए, और अंत काल फिर वो भी जम्मा दे वस पैंदे ने। जम्मा दा खराक, जम्मा की ग्रास उन्होंने बनना पैदा है। दुख पावे रोवी तब सोए, जब जम उन्होंने भखते ने फिर वो रोंदे अपना ज्ञान गवा के भी साडा ज्ञान किहड़े काम दा सी जे असीं उहनूं अपने जीवन की लागू नहीं कीता, लोकां वास्ते वो ज्ञान रखिया, अपने जीवन च धारण नहीं कीता। जम्मा दे मूँह विच पए हुए फिर रोंदे ने, पछताउंदे ने, उन्होंने हक वस भी कुछ नहीं लगता। परता मृत पए ते नारी, और बाली रोवे नाहे पकार। ये खालसा जी जी बाली स्त्री थी, ये राजे की राजकुमारी, ये बारे महापुरुष दसते हैं पुराण पंथ अनुसार कथा। ਇਹਦਾ पिछला जन्म वेश्या का, बड़े घारे के उजाड़े, बड़िया सुहागणा दियां ने बद सीसां लईआं सन। बहुत सुहागणा ते सतियां ने इहनूं श्राप दिते हुए सी कि तैनूं कदे पति की प्राप्ति ना हो। कोई कर्म चंगे सन पहलां दे कीते होए, उहदे करके राजे दे घर कन्या बन के जन्मी। जवान होई, राजा जदों इहदे विआह वास्ते कोई भी वर लभदा, रिश्ता करदा ते उहदी मौत हो जाए।
दूसरा करदा दूसरे की मौत हो जाती। इदा कई भरते वो मर गए। पुछया किसी को सद के राजे ने भी क्यों होंदा, उन्हें दसिया भी आ मसला है कि जे तेरे घर में भी जे बहुता समा रहेगी तेरी भी मौत का कारण बनेगी और तेरा राज भाग भ्रष्ट हो जाएगा जे तू इसकी शादी करता है। राजे ने सुनदियां घरों कढ़ दिता। रोंदी कुरलाउंदी रही। ਉਹਦੇ बारे इतने बचन आउंदे आ, बादी होवे नाहे पठार कि पति मर जाते रहे, जिन्नी मेरी ब्याह करती रही वो रोंदी रही, ਉਹਦੇ पल्ले भी रोना पिया रहा। रोवे से गुण करते उचारी, मर्दानिया रोंदे ने बड़े बड़े और गुण उच्चारण करते हैं कि असीं अपने जीवन चो गुण धारण नहीं किए, क्यों सारा संसार दुखी है। सुखी वो है मर्दानिया जिस दे हिरदे विच आत्मा के ज्ञान की सोची है। आत्मा के ज्ञान तो विहोणे मनुख सब दुखी ने। किन्ने किन्ने वड्डियां दी उदाहरणा दे दित्तियां ने। जनमेजे वर्गे राजे, अज वर्गे राजे, इंद्र वर्गे किवें दुखी ने, क्योंकि हिरदे च आत्मा का ज्ञान नहीं। जिन्हां दे हिरदियां विच आत्मा के ज्ञान का साक्षात्कार है, जिन्हां ने अपनी आत्मा की झलक नूं वेख लिया, वो सदा ही खेड़े च रहिंदे, वो सदा ही विकास में रहिंदे है। खालसा जी उन्हां बाप गुरु नानक साहब ने कहा अपनी पावन बाणी, नानक भगतां सदा विकास सुनिया दुख पाप का नाश। उन्हां दे हिरदियां सदा विकास से खेड़ा बनिया रहेगा। असीं केवल उस अवस्था नूं चितमदे हां ते हिरदे च आनंद आउंदा है। असी मन से इन्ना ही सोचा ना भी नानक भगतां के हिरदियां सदा ही खेड़ा है। ये सुनिया ही है ना, आपां हुण मैं कहा ही है, कहण ते सुनन नाल ही कितना आनंद आउंदा भी कितना खेड़ा उन्हां दे हिरदियां जिहड़े उस अवस्था च रहिंदे ने, उस अवस्था नूं माणदे नूं कैसे आनंद च होण। असीं तां सुण के आनंदित हो रहे हैं, जिहड़े उत्थे रहिंदे ने उस अवस्था च वो कैसे आनंद च होणगे। उत्थे आके कहना पैंदा बिस्म 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 की सही है, लाल गुलाल रंगार कहो नानक संतन रस आई है, जो चाक गूंगा मुस्कान। कहते हुण जिवें गूंगा खा के स्वाद नहीं कर सकता, क्यों बयान नहीं हो सकता उस खेड़ा। ऐसा आनंद ना आत्म ज्ञानियां गुरमुखां दे हिरदियां विच है। श्री गुर कै मर्दाना सुनिए, महाराज जी कहते हैं मर्दानिया सुना, सब संसार दुखी गुनिए। ये सारा संसार दुखी है, नानक दुखिया सब संसार। हर एक को अपना दुख बड़ा लगता, दूजे का नजर नहीं आता। जब इनू अपना दुख तुच्छ जिहा प्रतीत होने लग पे तो फिर दूजिया के दुख दिसन लगते। दूजिया के दुख तां नहीं दिसते क्योंकि सानू अपना दुख बड़ा। डॉक्टर के कोल लैन लगी होवे मरीजों की, उत्थे कोई मरीज बहुत ज़्यादा बीमार होवे, तड़फ रहा होवे, फिर भी साडा मन ये कहता भी मैं पहला जावां, क्योंकि उत्थे भी सानू अपनी तकलीफ ओदी तकलीफ नालों वध प्रतीत हो। फरीद जी महाराज जी कहते उत्ते चढ़ के वेख तां घर घर विच अग बलदी दिसेगी। उत्ते चढ़ के वेखण का मतलब ये तो नहीं कहा फरीद जी ने कि तू माउंट एवरेस्ट की चोटी से चढ़ के वेख, या किसी उत्ते मीनार से चढ़ के वेख। फिर उत्ते चढ़ के वेखण का मतलब है भी अपने दुख तो उपर उठ के वेख कि दुनिया सारी दुखों नाल ग्रसी हुई। किस पे खोलो गठड़ी दुखी भरे आया, किहदे कोल तुसीं अपने दुख की पंड खोलोगे। जिन्हों अपना दुख सुनाओगे उन्होंने पहला अपना कहना, पहला मेरा सुन फिर मैं तेरा सुन। किहदे कोल अपना दुख की पंड खोलोगे, जिथे खोलोगे अगों दुखों दीयां पंडां खुलियां मिलणगीयां। इक्को एक दर है सतगुरु गुरु नानक साहब के चरण, जिथे आके अपना दुख कहोगे तो बदले सुख की प्राप्ति होगी। दुख दिशा पै आकी है, सुख दिशा ही पास। पातशाह कहते दुख उन्होंने कह के सुनाइए जिहदे कोल सुखां की आस होगी। बंदियां नूं की दुख सुनाने,
ਜਿਨ੍ਹਾਂ ਨੇ ਤੁਹਾਡਾ ਦੁੱਖ ਸੁਣ ਕੇ ਸਗੋਂ ਤੁਹਾਡੇ ਤੇ ਹੱਸਣਾ, ਜਾਂ ਫਿਰ ਅੱਗੋਂ ਆਪਣੇ ਦੁੱਖ ਵਰਣਨ ਕਰਕੇ ਸੁਣਾਉਣੇ, ਉਹਨਾਂ ਨੂੰ ਕੀ ਦੁੱਖ ਸੁਣਾਉਣੇ? ਦੁੱਖ ਸੁਣਾਉਣੇ ਆ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੁਣਾਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਦੁੱਖ ਤੁਸੀਂ ਸੁਣਦਾ, ਤੇ ਸਤਿਗੁਰੂ ਦੀ ਇਕੱਲੇ ਸੁਣਦੇ ਹੀ ਨਹੀਂ, ਸੁਣਦਿਆਂ ਸਾਰ ਜਿਵੇਂ ਸ਼ਾਹੂਕਾਰ ਅਜਿਤ ਮਹਾਰਾਜ ਜੀ ਨੂੰ ਸੁੱਖ ਬਖਸ਼ਣਾ ਕਿੱਡਾ ਦੁਖੀ ਸੀ, ਸੁਣ ਕੇ ਮੇਰੇ ਪਾਤਸ਼ਾਹ ਸੁੱਖ ਦੀ ਦਾਤ ਬਖਸ਼ਦੇ, ਐਸੇ ਸੁੱਖ ਤਾਰਦੇ। ਹਾਂਜੀ, ਮਸੀ ਮੂਹ ਮੇਰੇ ਤੇ ਦੁਖਾਰੀ। ਮਹਾਰਾਜ ਜੀ ਕਹਿੰਦੇ ਆ ਮਰਦਾਨਿਆਂ ਇਹ ਸੰਸਾਰ ਦੁਖੀ ਹੈ। ਕਿਉਂ ਦੁਖੀ ਹੈ? ਕਿਉਂਕਿ ਮੋਹ 'ਚ ਫਸੇ ਹੋਏ। ਗਿਆਨਵਾਨ ਨੂੰ ਮੋਹ ਨਹੀਂ ਹੁੰਦਾ। ਆਪ ਸੰਸਾਰੀ ਬੰਦੇ ਨੂੰ ਮੋਹ ਤੇ ਮਮਤਾ ਦੀ, ਜਿੱਥੇ ਮੋਹ ਹੈ ਉੱਥੇ ਤੋਂ ਜਿਸ ਚੀਜ਼ ਨਾਲ ਸਾਡੀ ਮੈਂ ਜੁੜ ਗਈ ਵੀ ਇਹ ਮੇਰੀ ਹੈ, ਉਹਨੂੰ ਕੋਈ ਨੁਕਸਾਨ ਹੋਵੇ ਤੇ ਸਾਨੂੰ ਦੁੱਖ ਹੁੰਦਾ ਕਿ ਨਹੀਂ ਹੁੰਦਾ? ਰੋਜ਼ ਲੱਖਾਂ ਬਿਲਡਿੰਗਾਂ ਡਿੱਗਦੀਆਂ ਨੇ, ਲੱਖਾਂ ਘਰ ਡਿੱਗਦੇ ਹੈ, ਕਿਤੇ ਆਪਣੇ ਘਰ ਦੀ ਕੰਧ ਤੋਂ ਮਾੜਾ ਜਿਹਾ ਪਲਸਤਰ ਦਾ ਖੜੇਪਾ ਜਿਹਾ ਉੱਠੇ ਤੇ ਦੁੱਖ ਹੁੰਦਾ ਨਾ। ਕਿਉਂ ਭਾਈ? ਕਿਉਂਕਿ ਉੱਥੇ ਮਮਤਾ ਵੀ ਮੇਰਾ ਘਰ ਹੈ। ਲੋਕ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਨਿੱਤ ਮਰਦੇ ਹੈ। ਕੋਈ ਆਪਣਾ ਸਨੇਹੀ, ਕੋਈ ਆਪਣਾ ਸਰਬੰਧੀ ਮਰਦਾ ਤੇ ਹਿਰਦਾ ਦੁਖੀ ਹੁੰਦਾ, ਕਿਉਂਕਿ ਉਹਦੇ ਨਾਲ ਸਾਡੀ ਮਮਤਾ ਹੈ, ਮੋਹ ਹੈ। ਮੋਹ ਹੀ ਦੁੱਖ ਦਾ ਮੂਲ ਕਾਰਨ ਹੈ। ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਜਿੱਥੇ ਮੋਹ ਹੈ ਉੱਥੇ ਮੋਹ ਵਿੱਚ ਫਸੇ ਹੋਏ ਲੋਕ ਦੁਖੀ ਹਨ। ਜਦ ਉਦਤ ਕੋ ਪਾਏ ਨਾ ਪਾਰੇ। ਉਹ ਮੋਹ 'ਚ ਫਸੇ ਹੋਏ ਜਿਹੜੇ ਲੋਕ ਨੇ, ਉਹ ਇਹ ਸੰਸਾਰ ਰੂਪੀ ਸਮੁੰਦਰ ਤੋਂ ਕਦੇ ਪਾਰ ਨਹੀਂ ਉਤਰਦੇ। ਉਹ ਇਹ ਸੰਸਾਰ ਰੂਪੀ ਸਮੁੰਦਰ ਤੋਂ ਉਹਨਾਂ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ। ਦੋਹਰਾ ਵਾਹਿਗੁਰੂ ਸਤਨਾਮ ਜੋ ਮੰਨੇ ਤੋ ਜਿਣ ਜਾਏ। ਮਰਦਾਨਿਆਂ ਜਿਹੜੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਜਾਪ ਜਪਦੇ ਨੇ, ਇਸ ਜਾਪ ਨੂੰ ਜਪਣ ਵਾਲੇ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ, ਹਾਰਦੇ ਨਹੀਂ। ਜਿਹੜੇ ਇਸ ਪਵਿੱਤਰ ਨਾਮ ਨੂੰ ਜਪਦੇ ਨੇ, ਸਤਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਣ ਜਾਏ। ਜਿਹੜੇ ਵਾਹਿਗੁਰੂ ਸੱਚੇ ਨਾਮ ਨੂੰ ਸਤ ਕਰਕੇ ਮੰਨਦੇ ਐ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਆਪਣੇ ਜਨਮ ਦੀ ਬਾਜੀ ਨੂੰ ਜਿਣ ਦਾ ਮਤਲਬ ਹੁੰਦਾ ਜਿੱਤ ਕੇ ਜਾਂਦੇ ਨੇ। ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ। ਔਰ ਕਰਮ ਲੇਖੇ ਬਿਖੈ ਨੈਕੂ ਛੁਟ ਨਹੀਂ ਉਪਾਏ। ਮਰਦਾਨਿਆਂ ਨਾਮ ਜਪੇ ਤੋਂ ਬਿਨਾਂ ਬਾਕੀ ਜਿੰਨੇ ਹੋਰ ਕਰਮ ਕਾਂਡ ਨੇ ਉਹ ਕਿਸੇ ਲੇਖੇ 'ਚ ਨਹੀਂ ਪੈਣੇ। ਸੰਸਾਰ ਦੇ ਕਰਮ ਕਾਂਡ ਹਨ, ਉਹ ਕਰਮ ਕਾਂਡ ਕਿਸੇ ਲੇਖੇ 'ਚ ਨਹੀਂ ਪੈਣੇ ਜੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਜੋ ਪਈ ਹਿਰਦੇ ਸੁਧ ਸੇਵੇਂ ਸ੍ਰੀ ਨਾਮੋ। ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ, ਜਾਂ ਇਦਾਂ ਕਹਿ ਲਈਏ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਆ। ਨਾਮ ਦੀ ਕਮਾਈ ਹਿਰਦੇ ਨੂੰ ਸ਼ੁੱਧ ਕਰਦੀ ਹੈ। ਵਾਹਿਗੁਰੂ ਜਿਵੇਂ ਜਿਵੇਂ ਜਪਾਂਗੇ ਹਿਰਦੇ ਦੀ ਮੈਲ ਧੁੱਪਦੀ ਆ। ਅਸੀਂ ਕਹਿੰਦੇ ਆ ਸਾਡਾ ਮਨ ਉੱਡੂ ਉੱਡੂ ਕਰਦਾ ਭਜਨ ਕਰਦੇ ਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨ ਟਿਕਦਾ ਨਹੀਂ ਹੈ, ਭਜਦਾ ਸੱਜੇ ਖੱਬੇ, ਦੌੜਦਾ ਟਿਕਦਾ ਨਹੀਂ।
ਇੰਨੀ ਤੇਜ਼ੀ ਨਾਲ ਦੌੜਦਾ, ਸਰੀਰ ਭਾਵੇਂ ਬਲ 'ਚ ਨਹੀਂ ਹੈ। ਬਿਰਧ ਅਵਸਥਾ ਨੂੰ ਵੀ ਪ੍ਰਾਪਤ ਹੋ ਜਾਏ, ਪਰ ਇਹ ਮਨ ਫਿਰ ਵੀ ਇੰਨਾ ਚੰਚਲ ਤੇ ਉੱਡੂ ਉੱਡੂ ਕਰਦਾ ਹੈ। ਭਜਨ ਕਰਦਿਆਂ ਸਭ ਤੋਂ ਪਹਿਲਾਂ ਮਨ ਵਿਚਲਿਤ ਹੁੰਦਾ ਹੈ। ਕਿਉਂ ਵਿਚਲਿਤ ਹੁੰਦਾ? ਕਿਉਂਕਿ ਉਹਦੀ ਮੈਲ ਧੁੱਪਦੀ ਹੈ। ਜਿਵੇਂ ਜਿਵੇਂ ਸਿਮਰਨ ਕਰਦੇ ਆ ਮਨ ਦੀ ਮੈਲ ਧੁੱਪਦੀ ਹੈ ਤੇ ਮਨ ਭਜਦਾ। ਉਹ ਤਾਂ ਆਪਣੇ ਆਪ ਨੂੰ ਧੋਣ ਤੋਂ ਬਚਾਉਂਦਾ। ਉਹਨੂੰ ਕਿੱਥੇ ਨਾਮ ਰੂਪੀ ਜਲ ਚੰਗਾ ਲੱਗਦਾ? ਅਮਲੀ ਬੰਦੇ ਨੂੰ ਨਹਾਣਾ ਥੋੜੀ ਚੰਗਾ ਲੱਗਦਾ, ਉਹ ਤਾਂ ਪਾਣੀ ਤੋਂ ਡਰਦਾ। ਇਹਦਾ ਨਾਮ ਰੂਪੀ ਜਲ ਤੋਂ ਭਜਦਾ ਮਨ, ਵੀ ਮੈਂ ਧੁੱਪ ਜਾਵਾਂਗਾ, ਸ਼ੁੱਧ ਨਾ ਹੋ ਜਾਵਾਂ। ਪਰ ਗੁਰਸਿੱਖ ਮੋੜ ਮੋੜ ਕੇ ਸ਼ਬਦ ਵਿੱਚ ਜਦੋਂ ਇਹਨੂੰ ਜੋੜਦਾ ਤਾਂ ਫਿਰ ਇਹ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਜਿਵੇਂ ਸ਼ੁੱਧ ਹੋਣ ਲੱਗ ਪਵੇ ਤਿਵੇਂ ਤਿਵੇਂ ਫਿਰ ਐਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ, ਟਿਕਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਟਿਕ ਜਾਏ, ਇਹ ਉਨਮਨੀ ਅਵਸਥਾ ਨੂੰ ਪ੍ਰਾਪਤ ਹੋ ਜਾਏ, ਤੇ ਫਿਰ ਤਿੰਨਾਂ ਲੋਕਾਂ ਦੀਆਂ ਬਾਤਾਂ ਕਹਿਣ ਲੱਗ ਪੈਂਦਾ। ਹਾਂਜੀ। ਨੈ ਤਿਨ ਕੋ ਲੇਖੇ ਸੋ ਕਾਮੋ। ਮਹਾਰਾਜ ਜੀ ਕਹਿੰਦੇ ਜਿਹੜੇ ਭਜਨ ਕਰਦੇ ਆ ਮਰਦਾਨਿਆਂ, ਉਹਨਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ। ਜਿਹੜੇ ਇਸ ਪਾਵਨ ਭਜਨ ਦੇ ਵਿੱਚ ਸੁਰਤ ਜੋੜ ਕੇ ਆਪਣਾ ਹਿਰਦਾ ਸ਼ੁੱਧ ਕਰ ਲੈਂਦੇ ਆ, ਉਹਨਾਂ ਸ਼ੁੱਧ ਹਿਰਦਿਆਂ ਵਾਲਿਆਂ ਨੂੰ ਫਿਰ ਲੇਖਾ ਨਹੀਂ ਦੇਣਾ ਪੈਂਦਾ। ਉਹ ਲੇਖੇ ਤੋਂ ਮੁਕਤ ਹੋ ਜਾਂਦੇ ਨੇ। ਧਰਮ ਰਾਏ ਦਰ ਕਾਗਦ ਫਾਰੇ, ਧੰਨ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਆ, ਚੌਥੇ ਪਾਤਸ਼ਾਹ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਲੇਖਾ ਸਮਝ, ਤਿਨਕਾ ਲੇਖਾ ਨਿਬੜਿਆ। ਉਹ ਲੇਖੇ ਤੋਂ ਮੁਕਤ ਹੋ ਗਏ ਜਿਹੜੇ ਪਰਮੇਸ਼ਰ ਦੇ ਭਜਨ 'ਚ ਤਤਪਰ ਹੋਏ। ਧਰਮ ਰਾਈ ਕੋ ਕਾਗਦ ਫਾਰੀ। ਧਰਮ ਰਾਜਾ ਉਹਨਾਂ ਦੇ ਲੇਖੇ ਦੇ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਨਾਂ ਦਾ ਹਿਸਾਬ ਕਿਤਾਬ ਨਿਬੜ ਗਿਆ। ਆਪਾਂ ਪਰਨੋਟ ਲਿਖ ਲੈਨੇ ਨਾ, ਕਿਸੇ ਨਾਲ ਹਿਸਾਬ ਕਿਤਾਬ ਹੋਵੇ ਲਿਖਤ ਕਰ ਲਈਦੀ ਆ ਵੀ ਭੁੱਲੇ ਨਾ। ਜਦੋਂ ਹਿਸਾਬ ਕਿਤਾਬ ਨਿਬੜ ਜਾਏ, ਮੂਲ ਵਿਆਜ ਆਦਿਕ ਸਭ ਚਲਾ ਜਾਏ, ਤੇ ਫਿਰ ਉਹ ਕਾਗਜ਼ ਪਾੜ ਦਿੱਤਾ ਜਾਂਦਾ ਵੀ ਹੁਣ ਇਹਨੂੰ ਪਾੜ ਦਿਓ, ਵੀ ਹੁਣ ਹਿਸਾਬ ਕਿਤਾਬ ਬਰਾਬਰ ਹੈ। ਕਹਿੰਦੇ ਧਰਮ ਰਾਜਾ ਭਜਨ ਕਰਨ ਵਾਲਿਆਂ ਦੇ ਲੇਖੇ ਦੇ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਨਾਂ ਦਾ ਲੇਖਾ ਨਿਬੜ ਗਿਆ, ਇਹ ਸੁਰਖਰੂ ਹੋ ਗਏ ਨੇ। ਇਹ ਗੁਰੂ ਨਾਨਕ ਕੇ ਸਿੱਖ ਨੇ, ਭਜਨ ਕਰਨ ਵਾਲੇ, ਨਾਮ ਜਪਣ ਵਾਲੇ, ਇਹ ਲੇਖੇ ਤੋਂ ਮੁਕਤ ਹੋ ਗਏ ਹੈ। ਇਹ ਹੁਣ ਲੇਖੇ ਵਿੱਚ ਨਹੀਂ ਹਨ। ਜਾਵਤ ਪੰਥ ਨ ਕੋ ਅਟਕਾਰੇ। ਫਿਰ ਜਿਹੜੇ ਰਾਹ ਤੇ ਉਹ ਜਾਂਦੇ ਆ ਨਾ ਪਰਮੇਸ਼ਰ ਦੇ ਘਰ ਨੂੰ, ਫਿਰ ਉਹਨਾਂ ਨੂੰ ਕੋਈ ਅਟਕਣ ਨਹੀਂ ਪਾਉਂਦਾ ਵੀ ਕੋਈ ਦੂਤ ਆ ਕੇ ਆਖੇ ਰੋਕ ਕੇ ਵੀ ਉਹ ਦੱਸ ਕਿੱਧਰ ਮੂੰਹ ਚੁੱਕਿਆ। ਕੋਈ ਨਹੀਂ ਆਖੇ ਰੋਕਦਾ। ਰੇ ਰੇ ਦਰਗਾਹ ਕਹਿ ਨਾ ਕੋਈ, ਉਹਨਾਂ ਨੂੰ ਕੋਈ ਆਵਾਜ਼ ਮਾਰ ਕੇ ਨਹੀਂ ਰੋਕਦਾ। ਉਹ ਕਹਿੰਦੇ ਬਈ ਇਹਨਾਂ ਦੇ ਮੱਥੇ ਤੇ ਜਪਜੀ ਸਾਹਿਬ ਦਾ ਨਿਸ਼ਾਨ ਲੱਗਾ ਹੋਇਆ। ਜਪਜੀ ਸਾਹਿਬ ਦਾ ਪਾਠ ਹੈ ਨਾ ਜਿਹੜਾ ਬਾਣੀ, ਇਸ ਬਾਣੀ ਦਾ ਇੱਕ ਨਾਮ ਹੈ ਜਪ ਨਿਸ਼ਾਨ। ਆਪਾਂ ਜਪਜੀ ਸਾਹਿਬ ਕਹਿ ਦਿੰਦੇ ਆ, ਤਤਕਰੇ ਵਿੱਚ ਜਪ ਨਿਸ਼ਾਨ ਵੀ ਲਿਖਿਆ ਹੁੰਦਾ। ਜਪ ਨਿਸ਼ਾਨ, ਨਿਸ਼ਾਨ ਦਾ ਕੀ ਮਤਲਬ ਹੁੰਦਾ? ਲੇਖ, ਰਾਹਦਾਰੀ। ਕਿਸੇ ਦੂਸਰੇ ਦੇਸ਼ ਵਿੱਚ ਜਾਣ ਵਾਸਤੇ ਰਾਹਦਾਰੀ ਮੰਗਾਉਂਦੇ ਆ ਨਾ, ਪਾਸ, ਵੀ ਉੱਥੇ ਜਾ ਚੱਲੀ ਜਾਈ, ਕੋਈ ਰੋਕ ਟੋਕ ਨਾ ਹੋਵੇ। ਇਹ ਜਪਜੀ ਸਾਹਿਬ ਰਾਹਦਾਰੀ ਆ ਨਿਰੰਕਾਰ ਦੇ ਘਰ ਦੀ, ਜਿਨ੍ਹਾਂ ਦੇ ਮੱਥੇ ਤੇ ਜਪਜੀ ਸਾਹਿਬ ਲਿਖਿਆ ਗਿਆ ਬਾਣੀ ਪੜ ਪੜ ਕੇ। ਉਹਨਾਂ ਨੂੰ ਫਿਰ ਧਰਮ ਰਾਜਾ ਤੇ ਉਹਦੇ ਦੂਤ ਰੋਕਦੇ ਨਹੀਂ, ਕਹਿੰਦੇ ਬਈ ਇਹ ਗੁਰੂ ਨਾਨਕ ਦੇ ਸੇਵਕ ਨੇ, ਇਹਨਾਂ ਕੋਲ ਜਪਜੀ ਸਾਹਿਬ ਦੀ ਰਾਹਦਾਰੀ ਆ, ਖਬਰਦਾਰ ਕੋਈ ਨੇੜੇ ਨਾ ਜਾਇਓ। ਸਤਿ ਸ੍ਰੀ ਅਕਾਲ। ਇਸੇ ਕਰਕੇ ਗੁਰੂ ਕੇ ਸਿੱਖ ਆਪਣੇ ਜੀਵਨ ਦੀ ਆਰੰਭਤਾ ਜਨਮ ਸਮੇਂ ਜਪਜੀ ਸਾਹਿਬ ਪੜ੍ਹਿਆ ਜਾਂਦਾ। ਜਪਜੀ ਸਾਹਿਬ ਪੜ੍ਹ ਕੇ ਇਹਨੂੰ ਜਲ ਛਕਾਇਆ ਜਾਂਦਾ। ਜਦੋਂ ਮਰਦਾ ਤੇ ਅੰਗੀਠੇ ਤੇ ਚਿਣਨ ਵੇਲੇ ਵੀ ਜਪਜੀ ਸਾਹਿਬ ਪੜ੍ਹ ਕੇ ਸੰਸਕਾਰ ਕੀਤਾ ਜਾਂਦਾ। ਇਹਦਾ ਜੀਵਨ ਦਾ ਆਰੰਭ ਵੀ ਜਪਜੀ ਸਾਹਿਬ ਦੀ ਬਾਣੀ ਹੈ, ਔਰ ਇਹਦੇ ਜੀਵਨ ਦੀ ਸਮਾਪਤੀ ਵਿੱਚ ਸ੍ਰੀ ਜਪਜੀ ਸਾਹਿਬ ਦੀ ਬਾਣੀ ਤੇ ਹੀ ਹੋਵੇ। ਇਸੇ ਕਰਕੇ ਬੜੇ ਬੜੇ ਗੁਰਸਿੱਖ ਨੇ, ਨਮਸਕਾਰ ਹੈ ਉਹਦਾ ਗੁਰਸਿੱਖਾਂ ਦੇ ਚਰਨਾਂ ਤੇ, ਜਿਹੜੇ ਰੋਜ਼ਾਨਾ ਕੋਈ 11 ਪਾਠ ਕਰਦਾ ਹੈ ਜਪਜੀ ਸਾਹਿਬ ਦੇ। ਕੋਈ ਗਿਣਤੀ ਮਿਣਤੀ ਦੀ ਗੱਲ ਨਹੀਂ ਹੈ, ਚਲੋ ਇੱਕ ਪਾਬੰਦੀ ਬਣ ਜਾਂਦੀ ਵੀ ਇੰਨੇ ਪਾਠ ਕਰਨੇ ਹੀ ਕਰਨੇ ਆ। ਕੋਈ 21 ਪਾਠ ਕਰ ਲੈਂਦਾ, ਕੋਈ 51 ਪਾਠ ਕਰਨ ਵਾਲੀਆਂ ਵੀ ਗੁਰਮੁਖ ਰੂਹਾਂ ਹੈਣ, ਤਦੇ ਧਰਤੀ ਟਿਕੀ ਆ, ਨਹੀਂ ਤਾਂ ਕਦੋਂ ਦੀ ਧਰਤੀ ਗਰਕ ਹੋ ਜਾਂਦੀ ਗੁਰਮੁਖੋ।
ਇਹ ਬਾਣੀ ਪੜਨ ਵਾਲੇ ਗੁਰਮੁਖ ਹੈ ਨੇ ਸੰਸਾਰ ਵਿੱਚ, ਤਦੇ ਧਰਤੀ ਟਿਕੀ ਹੋਈ ਹੈ। ਅਸੀਂ ਨਹੀਂ ਪੜਦੇ, ਸਾਨੂੰ ਤਾਂ ਪੜਨ ਵਾਲੇ ਨਜ਼ਰ ਨਹੀਂ ਆਉਂਦੇ। ਜਦੋਂ ਅਸੀਂ ਪੜਨ ਲੱਗ ਪਵਾਂਗੇ ਫਿਰ ਬਾਣੀ ਪੜਨ ਵਾਲੇ ਸਾਨੂੰ ਵੀ ਦਿਸਣ ਲੱਗ ਪੈਣਗੇ, ਕਿਉਂਕਿ ਜਿਹੋ ਜੀ ਦ੍ਰਿਸ਼ਟੀ ਹੋਵੇਗੀ ਉਦਾਂ ਦੀ ਸ੍ਰਿਸ਼ਟੀ ਨਜ਼ਰ ਆਉਣੀ ਹੈ। ਹਾਲੇ ਨਕਾਰਾਤਮਕ ਬਿਰਤੀ ਹੈ ਸਾਡੇ ਹਿਰਦੇ 'ਚ, ਤਾਂ ਉਦਾਂ ਦਾ ਹੀ ਵਰਤਾਰਾ ਜਿਹੜਾ ਸੰਸਾਰ ਵਿੱਚ ਸਾਨੂੰ ਉਦਾਂ ਦਾ ਹੀ ਨਜ਼ਰ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਿਆ, ਜਿਹੜੇ ਇਸ ਭਜਨ ਦੇ ਰੰਗ 'ਚ ਰੰਗੇ ਜਾਂਦੇ ਨੇ ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਜਾਂਦਿਆਂ ਕੋਈ ਅਟਕਣ ਨਹੀਂ ਹੁੰਦੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ। ਜਿਹੜੇ ਪਰਮੇਸ਼ਰ ਦਾ ਭਜਨ ਹਿਰਦੇ 'ਚ ਮੰਨਦੇ ਐ, ਜਪਦੇ ਐ, ਉਹਨਾਂ ਦੇ ਰਸਤੇ 'ਚ ਕਦੇ ਕੋਈ ਠਾਕ ਦਾ ਮਤਲਬ ਹੁੰਦਾ ਰੋਕ ਨਹੀਂ ਲੱਗਦੀ। ਹਾਂਜੀ, ਇਸੀ ਪ੍ਰਕਾਰ ਸਾਰ ਸੁਨ ਕਰਕੇ, ਇਹ ਸਾਰ ਬਚਨ ਸਤਿਗੁਰੂ ਜੀ ਦੇ ਸੁਣ ਕੇ ਰਿਓ ਸ਼ਾਹ ਪਗ ਪਰ ਸਿਰ ਧਰ ਕੇ। ਉਹ ਜਿਹੜਾ ਸ਼ਾਹੂਕਾਰ ਸੀ ਨਾ, ਬੜਾ ਦੁਖੀ, ਜਿਹਦੇ ਕੋਲ ਸਤਿਗੁਰੂ ਜੀ ਨੇ ਬਚਨ ਉਚਾਰੇ ਸਨ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ, ਨਮਸਕਾਰ ਕੀਤੀ ਸਤਿਗੁਰਾਂ ਨੂੰ। ਤੁਮਰੇ ਬਚ ਸਾਬੁਨ ਸਮਸਰਈ। ਆਹਾ, ਉਹ ਦੁਖੀ ਸ਼ਾਹ ਸੀ ਜਿਹੜਾ, ਜਿਹਨੂੰ ਮਰਦਾਨਾ ਵੇਖ ਕੇ ਕਹਿੰਦਾ, ਮਹਾਰਾਜ ਇਹਦੇ ਵਰਗਾ ਸੁਖੀ ਨਹੀਂ ਕੋਈ ਦਿਸਦਾ। ਮਹਾਰਾਜ ਕਹਿੰਦੇ, ਜਾ ਕੇ ਪੁੱਛ ਸੁਖੀ ਹੈ? ਕਹਿੰਦਾ, ਮੇਰੇ ਵਰਗਾ ਤਾਂ ਦੁਖੀ ਨਹੀਂ ਹੋਣਾ ਸੰਸਾਰ 'ਚ ਕੋਈ। ਮਰਦਾਨਾ ਜੀ ਕਹਿ, ਭਾਈ ਸਾਹਿਬ ਕਹਿਣ ਲੱਗੇ, ਚੱਲ ਫਿਰ ਸ਼ਾਹ, ਖਬਰੇ ਇਸੇ ਕਰਕੇ ਸਤਿਗੁਰੂ ਆਏ ਨੇ ਤੇਰਾ ਦੁੱਖ ਦੂਰ ਕਰਨ। ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਉਹਦੀ ਵਿਆਖਿਆ ਆਪ ਜੀ ਪਿਛਲੇ 2-3 ਦਿਨਾਂ ਤੋਂ ਸਰਵਣ ਕਰ ਰਹੇ ਹੋ। ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਬਚਨ ਸਾਬਣ ਦੇ ਸਮਾਨ ਕੰਮ ਕਰਦੇ ਨੇ ਮੇਰੇ ਹਿਰਦੇ ਦੀ ਮੈਲ ਨੂੰ ਧੋਣ ਵਾਸਤੇ। ਮਨ ਮਲੀਨ ਪਟ ਉਜਲ ਕਰਈ। ਮੇਰੇ ਮੈਲੇ ਮਨ ਨੂੰ ਆਪ ਜੀ ਦੇ ਪਾਵਨ ਬਚਨਾਂ ਦੀ ਸਾਬਣ ਨੇ ਉਜਲਾ ਕਰ ਦਿੱਤਾ ਹੈ। ਚਲੋ ਅਬੇ ਮਮ ਸਦਨ ਬਚਿਤਰਾ। ਮਹਾਰਾਜ ਤੁਹਾਡਾ ਬਖਸ਼ਿਆ ਮਹਿਲ ਹੈ, ਮੇਰੇ ਕੋਲ ਘਰ ਹੈ। ਆਪ ਜੀ ਚਲੋ, ਕਿਉਂਕਿ ਸਤਿਗੁਰੂ ਬਾਹਰ ਬੈਠੇ ਸਨ ਬਾਜ਼ਾਰ 'ਚ। ਕਹਿੰਦਾ, ਮੇਰੇ ਨਾਲ ਘਰ ਚੱਲੋ ਗਰੀਬ ਨਵਾਜ਼ ਜੀ। ਪਾਏ ਪਾਏ ਕੇ ਕਰੋ ਪਵਿੱਤਰਾ। ਮੇਰਾ ਘਰ ਆਪਣੇ ਚਰਨ ਪਾ ਕੇ ਪਵਿੱਤਰ ਕਰੋ। 7 ਘਰਾ ਪਿੰਡ ਹੈ ਖਾਲਸਾ ਜੀ, ਜਿੱਥੇ ਮਹਾਰਾਜ ਜੀ ਨੇ ਦੁਖੀ ਸ਼ਾਹ ਦਾ ਨਿਸਤਾਰਾ ਕੀਤਾ। ਉੱਥੇ ਗੁਰੂ ਘਰ ਦੱਸਿਆ ਜਾਂਦਾ ਸੀ। ਪੁਰਾਣੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਟਿੱਪਣੀ ਦਿੱਤੀ ਹੈ ਥੱਲੇ। ਸੋ 7 ਘਰੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਾਹੂਕਾਰ ਦੇ ਘਰ ਆਏ। ਬੜੇ ਭਾਗ ਜਾਗੇ ਤੁਮ ਆਏ। ਕਹਿਣ ਲੱਗਾ, ਮਹਾਰਾਜ ਮੇਰੇ ਕੋਈ ਭਾਗ ਸਨ ਚੰਗੇ ਜਿਹੜੇ ਜਾਗੇ ਨੇ, ਉਹਨਾਂ ਚੰਗਿਆਂ ਭਾਗਾਂ ਕਰਕੇ ਤੁਹਾਡਾ ਆਵਣਾ ਹੋਇਆ। ਤੁਸੀਂ ਆਏ ਹੋ, ਮੇਰੇ ਕੋਈ ਚੰਗੇ ਭਾਗ ਹਨ। ਸਰਬ ਸਾਰ ਕੇ ਬਚਨ ਸੁਨਾਏ। ਆਪ ਜੀ ਨੇ ਜਿੰਨੇ ਬਚਨ ਸੁਣਾਏ ਨੇ, ਸਾਰ ਨਿਚੋੜ ਸੀ, ਇਹ ਜ਼ਿੰਦਗੀ ਦਾ ਤੱਤ ਸੀ। ਮਹਾਰਾਜ ਆਪ ਜੀ ਨੇ ਉਹ ਬਚਨ ਸੁਣਾਏ ਹਨ। ਸੁਨ ਕਰ ਬਿਨੇ ਪ੍ਰਭੂ ਸੁਖਕਾਰੀ। ਇਹਦੀ ਬੇਨਤੀ ਸ਼ਾਹੂਕਾਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ। ਗਮਨੇ ਤਾਂ ਕੇ ਸਦਨ ਮਝਾਰੀ। ਪਾਤਸ਼ਾਹ ਕਹਿੰਦੇ, ਚੱਲ ਸ਼ਾਹੂਕਾਰ ਤੇਰੇ ਘਰ ਚੱਲੀਏ। ਪਾਤਸ਼ਾਹ ਉੱਠ ਕੇ ਇਹਦੇ ਘਰ ਨੂੰ ਟੁਰ ਪਏ। ਜਾਂ ਸਥਲ ਤੋਂ ਅਧਿਕ ਸੁਹਾਵਨ। ਹੁਣ ਸ਼ਾਹੂਕਾਰ ਸੀ, ਘਰ ਬੜਾ ਸੋਹਣਾ ਬਣਿਆ, ਤੇ ਘਰ ਵਿੱਚ ਜਿਹੜੀ ਸਭ ਤੋਂ ਵਧੀਆ ਜਗ੍ਹਾ ਸੀ, ਬੈਠਣ ਵਾਲੀ ਸੁੰਦਰ ਜਗ੍ਹਾ, ਤੈ ਇੱਕ ਕੀਨ ਪ੍ਰਿਅੰਕ ਡਸਾਵਨ। ਉੱਥੇ ਇੱਕ ਨਵਾਂ ਤੇ ਸਾਫ਼ ਪਲੰਘਾ ਡਾਇਆ ਸਤਿਗੁਰਾਂ ਦੇ ਬੈਠਣ ਵਾਸਤੇ। ਨਵਾਂ ਵਿਛਾਉਣਾ, ਨਵਾਂ ਬਿਸਤਰਾ ਵਿਛਾਇਆ। ਬੈਠਾਰੇ ਕਰ ਭਾਉ ਵਿਸਾਲਾ। ਬੜੇ ਪ੍ਰੇਮ ਨਾਲ, ਬੜੀ ਭਾਵਨਾ ਨਾਲ ਸਤਿਗੁਰੂ ਜੀ ਨੂੰ ਉਸ ਪਲੰਘੇ ਤੇ ਬਿਠਾਇਆ। ਬੌਰ ਪਾਈ ਨਿਜ ਬਾਲਾ। ਇਹਨੇ ਨੂੰ ਭਾਈ ਮਰਦਾਨਾ ਤੇ ਬਾਲਾ ਜੀ ਵੀ ਨਾਲ ਆਏ। ਤੈ ਕੋ ਸ਼ਾਂਤ ਦੇਨ ਕੇ ਹੇਤਾ। ਉਹ ਜਿਹੜਾ ਸੇਠ ਸੀ, ਉਹਦੀ ਘਰ ਵਾਲੀ ਜੋ ਵਿਭਚਾਰਣੀ ਹੋ ਗਈ ਸੀ, ਉਹਨੂੰ ਸ਼ਾਂਤੀ ਦੇਣ ਵਾਸਤੇ ਉਹਦੇ ਹਿਰਦੇ 'ਚ ਵਿਕਾਰ ਮੁਕਾ ਕੇ ਉਹਨੂੰ ਆਤਮਿਕ ਆਨੰਦ ਦੇਣ ਲਈ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਤਰਸ ਕਰਨ ਲੱਗੇ ਨੇ। ਬੋਲੇ ਸ਼੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਕੇਤ ਸਤਿਗੁਰੂ ਜੀ ਬੋਲੇ। ਅਬਲ ਪਿੰਗ ਕੋਰੀ ਪਤ ਹੋਈ। ਮਹਾਰਾਜ ਜੀ ਜਦੋਂ ਆਈ ਨਾ, ਮੱਥਾ ਟੇਕਿਆ ਸਤਿਗੁਰਾਂ ਨੂੰ। ਸੇਠ ਦੁਖੀ ਕੋਲ ਬੈਠਾ ਸੀ। ਸੇਠ ਦਾ ਹੁਣ ਆਨੰਦ 'ਚ ਹੋ ਗਿਆ। ਹੁਣ ਉਸ ਇਸਤਰੀ ਨੂੰ ਵਿਭਚਾਰ ਤੋਂ ਹਟਾਣਾ। ਪਾਤਸ਼ਾਹ ਬੋਲੇ, ਕਹਿੰਦੇ, ਪੁੱਤਰੀ ਬੇਟਾ, ਪਤੀ ਅਵਲ ਹੋਵੇ, ਨਿਰਬਲ ਪਿੰਗਲਾ ਹੋਵੇ,
ਅਚਾਨਕ ਉਹਦੇ ਤਨ ਤੇ ਕੁਸ਼ਟ ਪੈ ਜੇ, ਕੋੜੀ ਹੋ ਜਾਏ, ਪਤੀ ਫਿਰ ਵੀ ਪਤੀ ਰਹਿੰਦਾ ਹੈ। ਇਸਤਰੀ ਦੀ ਪਰਖ ਹਮੇਸ਼ਾ ਪਤੀ ਦੀ ਤਕਲੀਫ ਵਿੱਚ ਹੁੰਦੀ ਹੈ, ਉਹਦੇ ਦੁੱਖ ਵਿੱਚ ਹੁੰਦੀ ਹੈ। ਹਾਂਜੀ, ਪ੍ਰਭੂ ਸਮਾਨ ਲਖੇਤੀਐ ਜੋਈ। ਪਰ ਇਸਤਰੀ ਦਾ ਕਰਤੱਵ ਕੀ ਹੈ? ਉਹਦਾ ਪਤੀ ਅਬਲ ਹੋਵੇ, ਨਿਰਬਲ ਹੋਵੇ, ਪਿੰਗਲਾ ਹੋ ਜਾਏ, ਕੋੜ ਹੋ ਜਾਏ, ਫਿਰ ਵੀ ਉਹਨੂੰ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਵੇਖੇ। ਹਾਂਜੀ, ਸਰਬ ਪਾਂਤ ਕੀ ਸੇਵਾ ਕਰਈ। ਔਰ ਉਹ ਸਰਬ ਪ੍ਰਕਾਰ ਨਾਲ ਆਪਣੇ ਪਤੀ ਦੀ ਸੇਵਾ ਕਰੇ। ਪਰ ਪੁਰਖ ਨਿਰਤ ਉਰਨੇ ਧਰਈ। ਪਰਾਏ ਪੁਰਖ ਦੇ ਨਾਲ ਰਤ ਕਰਨੀ ਤਾਂ ਪਾਸੇ ਰਹੀ, ਪਰਾਏ ਪੁਰਖ ਦਾ ਫੁਰਨਾ ਵੀ ਮਨ ਚ ਨਾ ਆਵਣ ਦੇਵੇ। ਹਾਂਜੀ, ਪਤ ਕੇ ਹੱਥ ਹੋਏ ਤਿਆਗੈ ਪ੍ਰਾਨਾ। ਔਰ ਮਹਾਰਾਜ ਜੀ ਕਹਿੰਦੇ ਸਤੀਆਂ ਹੁੰਦੀਆਂ ਨੇ ਇਸਤਰੀਆਂ, ਉਹ ਇਸਤਰੀਆਂ ਜਿਹੜੀਆਂ ਪਤੀ ਦੀ ਚਿਖਾ ਨਾਲ ਸੜ ਕੇ ਮਰਦੀਆਂ ਨੇ, ਉਹ ਸਤੀਆਂ ਨਹੀਂ ਹੁੰਦੀਆਂ ਬੇਟਾ। ਉਹ ਇਸਤਰੀਆਂ ਸਤੀਆਂ ਹੁੰਦੀਆਂ ਨੇ ਕਿ ਜਦੋਂ ਪਤੀ ਦੀ ਮੌਤ ਸੁਣਨ ਤੇ ਸੁਣਦਿਆਂ ਸਾਰ ਹੌਕੇ ਨਾਲ ਆਪਣੇ ਪ੍ਰਾਣ ਤਿਆਗ ਦੇਣ, ਉਹ ਸਤੀ ਹੁੰਦੀਆਂ। ਜਿਹੜੀਆਂ ਵਿਚਾਰੀਆਂ ਜ਼ਬਰਦਸਤੀ ਫੜ ਕੇ ਸਤੀ ਕੀਤੀਆਂ ਜਾਣ, ਉਹ ਕਾਹਦੀਆਂ ਸਤੀਆਂ? ਉਹ ਸਤੀ ਜਿਹੜੀ ਵਿਛੋੜੇ ਨਾਲ ਨਾ ਸੁਣ ਕੇ ਪਤੀ ਦਾ ਹੌਕੇ ਨਾਲ ਆਪਣੇ ਪ੍ਰਾਣ ਤਿਆਗ ਦੇਵੇ, ਬੇਟਾ ਉਹ ਸਤੀਆਂ ਹੁੰਦੀਆਂ, ਐਸੀਆਂ ਸਤੀਆਂ। ਹਾਂਜੀ, ਰੰਚ ਸਮਾਨ ਤਨ ਪਹਿਚਾਨਾ। ਰੰਚਕ ਭਰ ਵੀ ਆਪਣੇ ਤਨ ਨਾਲ ਸਨੇਹ ਨਾ ਕਰੇ, ਜਾਏ ਸੁਰਗ ਸੁਖ ਪਾਏ ਬਡੇਰੇ। ਜਿਹੜੀ ਇਸਤਰੀ ਇਹ ਧਰਮ ਦੀ ਪਾਲਣਾ ਕਰਦੀ ਹੈ ਬੇਟਾ, ਉਹ ਬੈਕੁੰਠ ਦੇ ਵਿੱਚ ਨਿਰੰਕਾਰ ਦੇ ਚਰਨਾਂ 'ਚ ਥਾਂ ਪ੍ਰਾਪਤ ਕਰਦੀ ਹੈ। ਉਹਨੂੰ ਪਾਰ ਬ੍ਰਹਮਪਤੀ ਪਰਮੇਸ਼ਵਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਦੰਪਤ ਬਿਲਸੇ ਬਰਖ ਕਨੇਰੇ। ਇੱਥੇ ਜਿਤਨੇ ਸਾਲ ਰਵੇ ਆਪਣੀ ਇਸਤਰੀ ਤੇ ਪਤੀ ਦੋਨੇ ਪ੍ਰੇਮ ਭਾਵ ਨਾਲ ਵਿਚਰਣ। ਅਰ ਨਾਰੀ ਜੇ ਨਿਜ ਪਤ ਤਿਆਗੀ। ਔਰ ਪਤੀ ਉਹ ਪਰ ਇਸਤਰੀ ਦਾ ਤਿਆਗ ਰੱਖੇ, ਔਰ ਇਹ ਔਰਤ ਪਰ ਪੁਰਖ ਦਾ ਤਿਆਗ ਰੱਖੇ। ਪਰ ਪੁਰਖਨ ਪਿਖ ਕੈ ਅਨੁਰਾਗੀ। ਪਰਾਏ ਪੁਰਖ ਨੂੰ ਵੇਖ ਕੇ ਕਦੇ ਇਸਤਰੀ ਦੇ ਮਨ 'ਚ ਅਨੁਰਾਗ ਨਾ ਆਵੇ। ਹੋਏ ਕੈ ਨਿਡਰ ਤਜੀ ਜਗ ਬਰੀੜਾ। ਤੈਂ ਪੁੱਤਰੇ ਸਹੀ ਨਹੀਂ ਕੀਤਾ, ਤੂੰ ਨਿਡਰ ਹੋ ਕੇ ਲੋਕਾਂ ਦੀ ਲਾਜ ਛੱਡ ਦਿੱਤੀ, ਸਮਾਜ ਦਾ ਕੋਈ ਫਿਕਰ ਨਹੀਂ ਕੀਤਾ ਵੀ ਸਮਾਜ ਕੈਸਾ ਗੰਧਲਾ ਹੋਵੇਗਾ। ਸਾਧ ਏਤ ਕਰਈ ਮਿਲ ਕ੍ਰੀੜਾ। ਔਰ ਨਿਜ ਰਸ ਵਾਸਤੇ ਤੂੰ ਐਸੀ ਕ੍ਰੀੜਾ ਕਰਦੀ ਹੈ। ਤੈ ਜਮਦੂਤ ਗਏ ਜਬ ਆਈ। ਇਸ ਕਰਮ ਦਾ ਫਲ ਤੈਨੂੰ ਜਮਦੂਤ ਦੇਣਗੇ ਜਦੋਂ ਆ ਕੇ ਫੜਨਗੇ। ਜਾਏ ਕਸੀਟਤ ਦੇਹ ਸਜਾਈ। ਘਸੀਟਦੇ ਹੋਏ ਲੈ ਜਾਣਗੇ, ਭਿਆਨਕ ਸਜ਼ਾ ਦੇਣਗੇ। ਲੋਹ ਥੰਬ ਕੋ ਲਾਲ ਤਪਾਈ। ਲੋਹੇ ਦਾ ਥੰਮ ਲਾਲ ਕਰਕੇ ਖੇਚ ਤਾਈ ਕੇ ਸੰਗ ਖਿੱਚ ਲਗਾਈ। ਕੇ ਧੂ ਕੇ ਉਹਦੇ ਨਾਲ ਲਾਉਣਗੇ। ਇਤਿਆਦਿਕ ਦੁਖ ਦੇ ਕਨੇਰਾ। ਇਤਿਆਦਿਕ ਦੁੱਖ ਦੇ ਵਿੱਚ ਤੂੰ ਦੁਖੀ ਜਮਪੁਰੀ ਵਿੱਚ ਬੱਧੀ ਹੋਈ। ਕੌਣ ਪੁਕਾਰ ਸੁਨੇ ਤਿਸ ਬੇਰਾ। ਕਿਹਨੇ ਤੇਰੀ ਪੁਕਾਰ ਸੁਣਨੀ ਆ ਉੱਥੇ? ਜਗ ਮੈਂ ਨਿੰਦਾ ਕਸ਼ਟ ਅਗਾਈ। ਇੱਥੇ ਲੋਕ ਤੈਨੂੰ ਲਾਹਨਤਾਂ ਪਾਉਂਦੇ ਆ, ਤੇਰੀ ਨਿੰਦਾ ਕਰਦੇ ਆ। ਅਸਗਤ ਹੋਏ ਵੀ ਵਿਚਾਰਨ ਅੱਗੇ ਨਾਰੀ। ਪਰਲੋਕ ਵਿੱਚ ਵੀ ਇਹੋ ਜਿਹਾ ਦੁੱਖ ਮਿਲੇਗਾ, ਵਿਚਾਰਣੀ ਔਰਤਾਂ ਦਾ ਇਹੀ ਹਾਲ ਹੋਵੇਗਾ। ਪਤੀ ਬ੍ਰਤਾ ਕੋ ਜਸ ਜਗ ਮਾਈ। ਜਿਹੜੀਆਂ ਪਤਵਰਤਾ ਇਸਤਰੀਆਂ ਹੁੰਦੀਆਂ, ਉਹਨਾਂ ਦੀ ਸੋਭਾ ਹੁੰਦੀ ਹੈ ਸੰਸਾਰ 'ਚ। ਇਹ ਸੰਸਾਰ ਵਿੱਚ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਆਗੇ ਅਨਕ ਬਿਦਨ ਸੁਖ ਪਾਈ। ਉਹਨਾਂ ਨੂੰ ਅੱਗੇ ਨਿਰੰਕਾਰ ਦੇ ਘਰ ਵਿੱਚ ਵੀ ਸੁਖ ਪ੍ਰਾਪਤ ਹੁੰਦਾ ਹੈ। ਦੀਰਘ ਦ੍ਰਿਸ਼ਟ ਦੇਖ ਕਰ ਐਸੇ। ਇਹ ਦੀਰਘ ਦ੍ਰਿਸ਼ਟੀ ਨਾਲ ਦੇ, ਲੰਮੀ ਨਜ਼ਰ ਨਿਹਾਲੀਆ ਕਰਕੇ ਵੇਖੋ। ਮੈਂ ਵਿਚਾਰ ਕਰੋ ਪੁਨ ਤੈਸੇ। ਅੱਜ ਤੋਂ ਬਾਅਦ ਇਹ ਵਿਚਾਰ ਦੀ ਬਿਰਤੀ ਦਾ ਤਿਆਗ ਕਰ ਦੇ। ਸ਼ਾਹਤੀਆ ਸੁਨ ਕਰ ਬਚ ਗੁਰ ਕੇ। ਮਹਾਰਾਜ ਜੀ ਦੇ ਬਚਨ ਉਹਦੇ ਬਲਦੇ ਸੜਦੇ ਹਿਰਦੇ ਨੂੰ ਠਾਰੀ ਜਾਂਦੇ ਨੇ। ਜਿਵੇਂ ਮੰਨ ਲਓ ਬਲਦੀ ਅੱਗ ਦੇ ਉੱਤੇ ਮੀਂਹ ਦਾ ਤਰੋਂਕਾ ਪੈਂਦਾ ਤੇ ਅੱਗ ਬੁਝਦੀ ਹੈ ਨਾ, ਇਹ ਉਸ ਔਰਤ ਦੀ ਸ਼ਾਹੂਕਾਰ ਦੀ ਜਿਹੜੀ ਘਰ ਵਾਲੀ ਸਠਾਣੀ ਸੀ, ਉਹਦਾ ਮਨ ਸ਼ਾਂਤ ਹੋ ਗਿਆ। ਪਰੀ ਪਾਏ ਪਰ ਜਮ ਡਰ ਕਰਕੇ। ਜੰਮਾਂ ਤੋਂ ਭੈ ਪ੍ਰੀਤ ਹੋ ਕੇ ਗੁਰਦੇਵ ਦੇ ਚਰਨਾਂ ਤੇ ਢਹਿ ਪਈ। ਬਖਸ਼ੋ ਗਰੀਬ ਨਵਾਜ, ਬਖਸ਼ ਲਓ ਮੇਰੇ ਪਿਛਲੇ ਗੁਨਾਹ, ਬਖਸ਼ ਲਓ। हे ਸੰਤੋ ਮੈਂ ਅਗ ਕੀਏ ਭਾਰੀ। ਮੈਂ ਬੜੇ ਬੜੇ ਪਾਪ ਕੀਤੇ ਹਨ, ਬਖਸ਼ੋ ਆਈ ਸ਼ਰਨ ਹੁਣ ਤੁਮਾਰੀ। ਬਖਸ਼ ਲਓ ਮਹਾਰਾਜ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਗੁਰ ਕੈ ਪਾਚਲ ਬਖਸ਼ੇ ਸੋ। ਪਾਤਸ਼ਾਹ ਕਹਿੰਦੇ ਬੇਟਾ ਤੇਰੇ ਪਿਛਲੇ ਗੁਨਾਹ ਬਖਸ਼ੇ ਗਏ। ਬੋਰੇ ਅਗਾਰੀ ਕਰੋ ਨ ਕੋ। ਅਗਾਂਹ ਤੋਂ ਕਦੇ ਐਸੇ ਮਾੜੇ ਕਰਮ ਚ ਪ੍ਰਵਿਰਤ ਨਾ ਹੋਵੀਂ। ਪਤ ਆਇਸ ਕੇ ਰੋ ਅਨੁਸਾਰੀ। ਆਪਣੇ
ਪਤੀ ਦੀ ਆਗਿਆ ਵਿੱਚ ਰਹੀ ਸਿਮਰੋ ਸਤਨਾਮ ਸੁਖਕਾਰੀ ਔਰ ਸੁਖਕਾਰੀ ਪਰਮੇਸ਼ਰ ਦਾ ਭਜਨ ਕਰੀ। ਅਸ ਉਪਦੇਸ਼ ਦੀਨ ਤਿਨ ਤਾਈ ਉਸ ਸ਼ਾਹੂਕਾਰ ਤੇ ਉਹਦੀ ਘਰਵਾਲੀ ਨੂੰ ਐਸਾ ਪਵਿੱਤਰ ਉਪਦੇਸ਼ ਦੇ ਕੇ ਕਰੀ ਬਤੀਤ ਰਹਿਨ ਜਗ ਰਾਤ ਸਾਈ ਸਤਿਗੁਰੂ ਜੀ ਸੇਠ ਦੇ ਘਰ ਹੀ ਰਹੇ। ਸੰਪਤ ਕੇ ਉਰ ਦੇ ਕਰ ਸ਼ਾਂਤਾ ਦੋਨਾਂ ਦੇ ਹਿਰਦਿਆਂ ਨੂੰ ਸ਼ਾਂਤੀ ਦਾ ਸੁਖ ਬਖਸ਼ ਕੇ ਗਮਨ ਕੀਨ ਮਾਰਗ ਸੁਖ ਦਾਤਾ ਤੇ ਸਤਿਗੁਰੂ ਜੀ ਨੇ ਉੱਥੋਂ ਗਮਨ ਕੀਤਾ, ਅੱਗੇ ਚਾਲੇ ਮਾਰੇ ਨੇ। ਇੱਕ ਨਗਰ ਆਇਆ ਹੈ, ਉਸ ਨਗਰ ਦਾ ਨਾਮ ਹੈ ਦੀਪਾਲਪੁਰ। ਕੋੜੀ ਆ ਇੱਕ ਵਿਅਕਤੀ, ਸਰੀਰ 'ਚ ਪੂੰ ਵਗਦੀ ਹੈ, ਕੋਈ ਨਹੀਂ ਜਾਂਦਾ ਉਹਦੇ ਪਾਸ। ਘਰਦਿਆਂ ਨੇ ਕੱਢ ਦਿੱਤਾ ਬਾਹਰ, ਖੇਤਾਂ ਦੇ ਵਿੱਚ ਇੱਕ ਛੋਟੀ ਜਿਹੀ ਝੁੱਗੀ ਪਾ ਦਿੱਤੀ ਹੈ। ਤਰਸ ਕਰਕੇ ਕਦੇ ਕੋਈ ਦੂਰੋਂ ਦੋ ਪ੍ਰਸ਼ਾਦੇ ਰੱਖ ਜੇ ਤੇ ਰੱਖ ਜਾਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਹਦੀ ਝੁੱਗੀ ਵਿੱਚ ਆਏ ਹਨ। ਉਹ ਕਹਿੰਦਾ ਕੌਣ ਆ ਗਿਆ ਇੱਥੇ? ਤਾਂ ਮੁਸ਼ਕ ਦੇ ਮਾਰੇ ਪੰਛੀ ਵੀ ਮੇਰੇ ਨੇੜੇ ਨਹੀਂ ਆਉਂਦੇ। ਵਿਅਕਤੀ ਕੌਣ ਆ ਗਏ? ਪਾਤਸ਼ਾਹ ਨੇ ਉਸ ਦੀ ਦੁੱਖ ਦੀ ਹਾਲਤ ਵੇਖੀ, ਵੇਖ ਕੇ ਰਹਿਮਤ ਦੇ ਘਰ ਵਿੱਚ ਆਏ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਪਾਤਸ਼ਾਹ ਨੇ ਰਾਗ ਧਨਾਸਰੀ ਵਿੱਚ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਬਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ, ਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ, ਕੀ ਸਦਾ ਬਬੀਤ ਹੈ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ, ਧਾਰਾ ਆਧਾਰ ਹੈ ਠਾਕੁਰ ਹੋਂਦਾ ਸਰੋ, ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ, ਹੋਈਐ ਪਰੋ ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ, ਗਿਓ ਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਲ ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਨਾਭੇ ਸ਼ਹਿਰ ਵਿੱਚ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦਾ ਸਥਾਨ ਹੈ। ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਘੋੜਿਆਂ ਵਾਲਾ ਇਸ ਨਾਮ ਨਾਲ ਪ੍ਰਸਿੱਧ ਹੈ। ਮਹਾਰਾਜ ਜੀ ਦਾ ਸਥਾਨ ਪਾਤਸ਼ਾਹ ਦੇ ਸਿੰਘ ਦਾ ਬਾਬਾ ਅਜਾਪਾਲ ਸਿੰਘ ਜੀ ਦਾ। ਕੱਲ ਉਸ ਸਥਾਨ ਤੇ ਸ਼ਾਮ ਨੂੰ 5 ਤੋਂ 6 ਵਜੇ ਤੱਕ ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਉੱਥੇ ਚੱਲ ਰਹੀ ਹੈ ਪਿਛਲੇ ਕੁਝ ਮਹੀਨਿਆਂ ਤੋਂ, ਦੀ ਸਮਾਪਤੀ ਹੋਵੇਗੀ। ਜਿਹੜੇ ਮਾਈ ਭਾਈ ਉੱਥੇ ਹਾਜ਼ਰੀਆਂ ਭਰ ਸਕਦੇ ਆ, ਹਾਜ਼ਰੀਆਂ ਭਰੋ। ਔਰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਆਰੰਭ ਹੋਵੇਗੀ। ਇਹ ਬੇਨਤੀ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਦੇ ਪ੍ਰਬੰਧਕਾਂ ਵੱਲੋਂ ਆਪ ਜੀ ਨੇ ਸਵੀਕਾਰ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।